ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜਿਉ ਬੁਲਾਵਾ ਹੈ ਤਿਉ ਬੋਲਾ ਹੈ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਤਜਹੁ ਸਿਆਨਪ ਸੁਰਜਨਹੁ, ਸਿਮਰਹੁ ਹਰਿ ਹਰਿ ਰਾਏ। ਏਕ ਆਸ ਹਰਿ ਮਨ ਰਖਹੁ, ਨਾਨਕ ਦੂਖ ਭਰਮ ਭਉ ਜਾਏ। ਤਜਹੁ ਸਿਆਨਪ ਸੁਰਜਨਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਹਜ਼ੂਰ ਦੀ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 281 ਤੱਕ ਪੁੱਜੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਹਾਨ ਪਵਿੱਤਰ ਬਾਣੀ, ਜਿਸ ਨੂੰ ਗਿਆਨ ਦਾ ਕਥਾ ਦਾ ਸਮੁੰਦਰ ਕਿਹਾ ਜਾਂਦਾ ਹੈ, ਸ਼੍ਰੀ ਸੁਖਮਨੀ ਸਾਹਿਬ ਬਾਣੀ, ਜਿਸ ਦੀਆਂ 13 ਅਸ਼ਟਪਦੀਆਂ ਦੀ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਰਮ ਪਵਿੱਤਰ ਮਨੋਹਰ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ। ਸ਼ਲੋਕ ਤਜਹੁ ਸਿਆਨਪ ਸੁਰਜਨਹੁ, ਸਿਮਰਹੁ ਹਰਿ ਹਰਿ ਰਾਏ। ਹਜ਼ੂਰ ਫਰਮਾਉਂਦੇ ਨੇ, ਐ ਭਲੇ ਪੁਰਸ਼ੋ। ਸੁਰ ਹੈ ਸ੍ਰੇਸ਼ਟ, ਸੁਰ ਨਾਮ ਦੇਵਤੇ ਦਾ, ਦੇਵਤਾ ਸ੍ਰੇਸ਼ਟ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸੋ ਮਤਲਬ ਹੈ ਭਲੇ ਪੁਰਸ਼ੋ, ਹੈ ਦੇਵਤਿਆਂ ਵਰਗੇ ਮਨੁੱਖੋ, ਭਾਵ ਰੱਬ ਦੇ ਸੇਵਕੋ। ਹੋਰ ਮਨ ਦੀਆਂ ਸਾਰੀਆਂ ਸਿਆਣਪਾਂ ਛੱਡ ਦਿਓ। ਸਿਆਣਪਾਂ ਦਾ ਅਰਥ ਹੈ ਚਤੁਰਾਈਆਂ। ਆਪਣੇ ਮਨ ਅੰਦਰ ਜਿਹੜੀ ਸਿਆਣਪ ਸਮਝਣੀ ਕਿ ਮੈਂ ਸਿਆਣਾ ਹਾਂ, ਮੈਂ ਚਤੁਰ ਹਾਂ, ਦਾਨਾ ਹਾਂ, ਇਹ ਆਪਣੇ ਮਨ ਦੀਆਂ ਜਿਹੜੀਆਂ ਸਿਆਣਪਾਂ ਅਤੇ ਚਤੁਰਾਈਆਂ ਹਨ, ਇਹ ਛੱਡ ਦਿਓ, ਇਹਨਾਂ ਦਾ ਤਿਆਗ ਕਰੋ। ਕਿਉਂਕਿ ਸਿਆਣਪ ਅਤੇ ਚਤੁਰਾਈ ਦੇ ਅੰਦਰ ਹੰਕਾਰ ਹੁੰਦਾ ਵੀ ਮੈਂ ਸਿਆਣਾ, ਆਪਣੇ ਆਪ ਦੀ ਮਨੌਤ ਹੁੰਦੀ ਹੈ ਕਿ ਮੈਂ ਕੁਛ ਹਾਂ। ਹੋਰ ਸਾਰੀਆਂ ਚਤੁਰਾਈਆਂ, ਸਿਆਣਪਾਂ, ਉਗਤੀਆਂ ਜੁਗਤੀਆਂ, ਮਨ ਦੀਆਂ ਦਲੀਲਾਂ, ਇਹ ਸਾਰੀਆਂ ਤਿਆਗੋ ਅਤੇ ਸਿਮਰਹੁ ਹਰਿ ਹਰਿ ਰਾਏ। ਔਰ ਹਰੀ ਅਕਾਲ ਪੁਰਖ ਪਰਮਾਤਮਾ, ਜੋ ਦੁੱਖਾਂ ਦਾ ਹਾਰਕ ਹੈ, ਰਾਏ ਰਾਜਾ ਰੂਪ ਪਾਤਸ਼ਾਹ, ਸੰਸਾਰ ਦਾ ਮਾਲਕ, ਵੈਸੇ ਵਾਹਿਗੁਰੂ ਪਰਮਾਤਮਾ ਨੂੰ ਸਿਮਰੋ, ਪਰਮਾਤਮਾ ਨੂੰ ਯਾਦ ਕਰੋ, ਪਰਮਾਤਮਾ ਦਾ ਚੇਤਾ ਕਰੋ। ਏਕ ਆਸ ਹਰ ਮਨ ਰੱਖੋ। ਜੋ ਸਾਡੇ ਅੰਦਰ ਆਸਾਂ ਹਨ, ਹੋਰ ਨੇ। ਇੱਕ ਤਾਂ ਆਸਾਂ ਹੋਰ ਤਰ੍ਹਾਂ ਦੀਆਂ, ਦੂਸਰੀਆਂ ਆਸਾਂ ਮਨੁੱਖਾਂ 'ਤੇ ਰੱਖਦੇ ਹਾਂ ਅਸੀਂ, ਵੀ ਫਲਾਣੇ ਮਨੁੱਖ ਤੋਂ ਆਹ ਕਾਰਜ ਸਿੱਧ ਹੋਵੇਗਾ, ਫਲਾਣਾ ਮੇਰੇ ਕੰਮ ਆਵੇਗਾ, ਫਲਾਣੇ ਨਾਲ ਮੈਂ ਮਿੱਤਰਤਾ ਰੱਖਾਂ ਅਤੇ ਉਹ ਮੇਰੇ ਬੜੇ ਕੰਮ ਸਵਾਰੇਗਾ। ਮਹਾਰਾਜ ਕਹਿੰਦੇ ਨਹੀਂ, ਇੱਕੋ ਹਰੀ ਅਕਾਲ ਪੁਰਖ ਦੀ ਆਸ ਹੀ ਮਨ ਵਿੱਚ ਰੱਖੋ। ਇੱਕ ਤਾਂ ਵਾਹਿਗੁਰੂ ਨੂੰ ਮਿਲਣ ਦੀ ਆਸ, ਦੂਸਰਾ ਜਿਹੜੀਆਂ ਹੋਰ ਆਸਾਵਾਂ ਹਨ, ਉਹਨਾਂ ਦੀ ਪੂਰਤੀ ਵੀ ਵਾਹਿਗੁਰੂ ਪਾਸੋਂ ਹੀ ਹੋਏਗੀ। ਇਸ ਕਰਕੇ ਹਰੀ ਦੀ ਆਸ ਇੱਕੋ ਇੱਕ ਮਨ ਵਿੱਚ ਰੱਖੋ, ਨਾਨਕ ਦੂਖ ਭਰਮ ਭਉ ਜਾਏ। ਇੰਝ ਜੇ ਮਨ 'ਚ ਵਾਹਿਗੁਰੂ ਦੀ ਆਸ ਰੱਖੋਗੇ, ਉਸੇ ਦੀ ਟੇਕ ਰੱਖੋਗੇ, ਤਾਂ ਸਾਰਾ ਜਿਹੜਾ ਵਿਛੋੜੇ ਦਾ ਦੁੱਖ ਹੈ, ਸੋ ਵਿਛੋੜੇ ਦੇ ਦੁੱਖ ਤੋਂ ਅਨੇਕਾਂ ਪ੍ਰਕਾਰ ਦੇ ਦੁੱਖ ਅੱਗੇ ਜਨਮ ਲੈ ਲੈਂਦੇ ਨੇ। ਇਹ ਸਾਰਾ ਅਤੇ ਇਸੇ ਤਰ੍ਹਾਂ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਉਹ ਵੀ। ਔਰ ਭਰਮ 5 ਪ੍ਰਕਾਰ ਦਾ ਵਿਦਵਾਨਾਂ ਕਥਨ ਕੀਤਾ, ਵਹਿਮ, ਭਰਮ, ਭੁਲੇਖਾ ਜਿਸ ਨੂੰ ਕਿਹਾ ਜਾਂਦਾ ਹੈ, ਅਤੇ ਭਉ ਜਿਹੜਾ 7 ਪ੍ਰਕਾਰ ਦਾ ਡਰ ਹੈ, ਇਹ ਸਾਰਾ ਚਲਿਆ ਜਾਏਗਾ। ਅਸ਼ਟਪਦੀ, ਹੁਣ 8 ਪਦਿਆਂ ਵਿੱਚ ਸਤਿਗੁਰੂ ਮਹਾਰਾਜ ਅਸ਼ਟਪਦੀ ਦੇ ਅੰਦਰ ਇਸੇ ਬਚਨਾਂ ਦੀ ਵਿਆਖਿਆ ਕਰਦਾ। ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਜਿਹੜੀ ਮਨੁੱਖ ਦੇ ਉੱਪਰ ਟੇਕ ਰੱਖਣੀ ਹੈ, ਮਨੁੱਖ ਦਾ ਆਸਰਾ ਲੈਣਾ ਹੈ, ਉਹ ਬਿਰਥੀ ਹੈ, ਵਿਅਰਥ ਹੈ।
ਭਾਵ ਕਿ ਜਿਸ ਮਨੁੱਖ ਪੈ ਕਰੋ ਬੇਨਤੀ ਸੋਇ ਆਪਣਾ ਦੁੱਖ ਭਰਿਆ। ਜਿਸ ਮਨੁੱਖ ਤੇ ਵੀ ਟੇਕ ਰੱਖੋਗੇ ਨਿਰਾਸ਼ਾ ਪੱਲੇ ਪਵੇਗੀ। ਕਿਸੇ ਦਾ ਵੀ ਸਹਾਰਾ ਲਓਗੇ ਤਾਂ ਤੁਹਾਨੂੰ ਨਿੰਮੋ ਝੂਣੇ ਹੋ ਕੇ ਵੀ ਮੁੜਨਾ ਪੈ ਸਕਦਾ। ਮਨੁੱਖ ਦੇ ਉੱਪਰ ਟੇਕ ਨਹੀਂ ਰੱਖਣੀ ਹੈ। ਮਨੁੱਖ ਕੀ ਟੇਕ ਬਿਰਥੀ ਸਭ ਜਾਣ। ਸਾਰੀ ਮਨੁੱਖ ਦੀ ਟੇਕ, ਮਨੁੱਖ ਦੀ ਓਟ, ਮਨੁੱਖ ਦਾ ਆਸਰਾ ਸਹਾਰਾ ਵਿਅਰਥ ਹੀ ਜਾਣੋ। ਦੇਵਨ ਕੋ ਏਕ ਹੈ ਭਗਵਾਨ। ਜੋ ਕੁਛ ਵੀ ਦਿੰਦਾ ਪਰਮਾਤਮਾ ਹੀ ਦਿੰਦਾ। ਕਿਸੇ ਮਨੁੱਖ ਦੇ ਕੋਲੋਂ ਨਹੀਂ ਕੁਛ ਮਿਲਦਾ। ਇੱਕ ਮਹਾਂਪੁਰਸ਼ ਸੀ, ਉਹਨਾਂ ਨੇ ਮੈਨੂੰ ਕਿਹਾ ਬਈ ਚੇਤਾ ਰੱਖੋ ਜੋ ਕੁਛ ਮਿਲਣਾ ਪਰਮਾਤਮਾ ਪਾਸੋਂ ਮਿਲਣਾ। ਜੇ ਕਿਸੇ ਸਾਧੂ ਸੰਤ ਮਹਾਤਮਾ ਨੇ ਵੀ ਕੋਈ ਤੁਹਾਡੇ 'ਤੇ ਬਖਸ਼ਿਸ਼ ਭਰਿਆ ਵਚਨ ਕੀਤਾ ਤੇ ਉਹ ਵੀ ਵਾਹਿਗੁਰੂ ਦੀ ਕਲਾ ਦੁਆਰਾ ਹੀ ਹੋਇਆ। ਪਰਮਾਤਮਾ ਦੁਆਰਾ ਹੀ ਇਹ ਸਭ ਕੁਛ ਹੁੰਦਾ ਹੈ। ਕਿਸੇ ਦੇ ਪਾਸੋਂ ਵੀ ਜੇ ਕੁਛ ਮਿਲਦਾ ਤੇ ਉਹਦੇ ਪਿੱਛੇ ਸ਼ਕਤੀ ਪਰਮਾਤਮਾ ਦੀ ਹੀ ਕੰਮ ਕਰ ਰਹੀ ਹੈ। ਦੇਵਣ ਵਾਸਤੇ, ਦਾਤਾਂ ਦੇਣ ਵਾਸਤੇ ਇੱਕੋ ਭਗਵਾਨ ਪਰਮਾਤਮਾ ਹੀ ਹੈ। ਹੋਰ ਕਿਸੇ ਨੇ ਕਿਸੇ ਨੂੰ ਕੀ ਦੇ ਦੇਣਾ। ਜਿਸ ਕੈ ਦੀਆ ਰਹਿ ਆਗਾਏ। ਤਾਂ ਹੀ ਸਿਆਣੇ ਕਹਿੰਦੇ ਨੇ ਨਾ ਬਈ ਜਦੋਂ ਆਪਣਾ ਲੜਕਾ ਵਿਆਹੋ ਤਾਂ ਧੀਆਂ ਵਾਲਿਆਂ ਤੋਂ ਦਾਜ ਨਹੀਂ ਮੰਗਣਾ ਚਾਹੀਦਾ। ਕਿਸੇ ਦੇ ਦਿੱਤਿਆਂ ਭਲਾ ਕਿਹੜਾ ਕੋ ਰੱਜ ਜਾਂਦਾ। ਰੱਬ ਹੀ ਦਵੇ ਤੇ ਮਨੁੱਖ ਰੱਜਦਾ। ਇਸ ਕਰਕੇ ਟੇਕ ਪਰਮਾਤਮਾ ਦੀ ਰੱਖਣੀ ਚਾਹੀਦੀ ਹੈ। ਜਿਸ ਦੇ ਦਿੱਤਿਆਂ ਇਹ ਜੀਵ ਅਗਾ ਜਾਂਦਾ, ਰੱਜ ਜਾਂਦਾ ਪਦਾਰਥਾਂ ਨਾਲ, ਬਖਸ਼ਿਸ਼ਾਂ ਨਾਲ। ਔਰ ਜੇ ਵਾਹਿਗੁਰੂ ਗਿਆਨ ਦੀ ਦਾਤ ਬਖਸ਼ ਦੇਵੇ ਤਾਂ ਫਿਰ ਬਿਲਕੁਲ ਸੰਤੁਸ਼ਟ ਹੋ ਜਾਂਦਾ, ਰੱਜ ਜਾਂਦਾ। ਦੋਵਾਂ ਜਹਾਨਾਂ ਦੇ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਪਰਲੋਕ ਦੇ ਦਿਵ ਭੋਗਾਂ ਦੀ ਵੀ ਇੱਛਾ ਨਹੀਂ ਰਹਿੰਦੀ। ਬਹੁਰ ਨਾ ਤ੍ਰਿਸ਼ਨਾ ਲਾਗੈ। ਜਦੋਂ ਪ੍ਰਮਾਤਮਾ ਕਿਸੇ ਨੂੰ ਰਜਾ ਦਿੰਦਾ ਬਹੁਰੋਂ ਫਿਰ ਦੁਬਾਰਾ ਤ੍ਰਿਸ਼ਨਾ ਨਹੀਂ ਆ ਕੇ ਚੰਬੜਦੀ। ਕਿਸੇ ਤਰ੍ਹਾਂ ਦੀ ਫਿਰ ਲਾਲਸਾ ਨਹੀਂ ਆ ਕੇ ਲੱਗਦੀ ਹੈ। ਮਾਰੈ ਰਾਖੈ ਏਕੋ ਆਪ। ਮਾਰਨ ਵਾਲਾ ਵੀ ਤੇ ਰੱਖਣ ਵਾਲਾ ਵੀ ਇੱਕ ਪਰਮਾਤਮਾ ਹੀ ਆ। ਜਦੋਂ ਪ੍ਰਾਰਬਧ ਪੂਰੀ ਹੁੰਦੀ ਹੈ ਤੇ ਉਹ ਵਾਹਿਗੁਰੂ ਦੇ ਹੁਕਮ ਦੁਆਰਾ ਇਹ ਜੀਵ ਸਰੀਰਕ ਤੌਰ 'ਤੇ ਮਰਦਾ ਹੈ। ਤੇ ਜਦੋਂ ਤੱਕ ਪ੍ਰਾਰਬਧ ਨਹੀਂ ਪੂਰੀ ਹੋਈ, ਭਾਵੇਂ ਕੋਈ ਮਾਰਨ ਦਾ ਯਤਨ ਵੀ ਕਰੇ ਤੇ ਪਰਮਾਤਮਾ ਰੱਖਿਆ ਕਰਦਾ ਹੈ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਸੋ ਇਸ ਪ੍ਰਕਾਰ ਮਾਰਨ ਵਾਲਾ ਵੀ ਮਾਰ ਆਪੇ ਜੀਵਾਲ ਦਾ ਭਾਈ। ਆਪ ਹੀ ਮਾਰਨ ਵਾਲਾ ਮਾਰਦਾ ਹੈ ਜੀਵਤ ਭਾਵ ਤੋਂ। ਹੰਕਾਰ ਵੱਲੋਂ ਮਾਰਨ ਵਾਲਾ ਵੀ ਆਪ ਹੀ ਹੈ ਬਖਸ਼ਿਸ਼ ਕਰਕੇ। ਤੇ ਵਿਕਾਰਾਂ ਤੋਂ ਰਾਖਿਆ ਬਚਾਉਂਦਾ, ਰੱਖਿਆ ਵੀ ਆਪ ਇੱਕੋ ਪਰਮਾਤਮਾ ਹੀ ਕਰਦਾ ਹੈ। ਮਾਨੁਖ ਕਹਿ ਕਿਛ ਨਾਹੀ ਹਾਥ। ਜੋ ਮਨੁੱਖ ਹੈ, ਮਾਣ ਦਾ ਖਾਧਾ ਹੋਇਆ ਇਹ ਜੀਵ ਮਾਨਸ, ਇਹਦੇ ਆਪਣੇ ਹੱਥ ਵਿੱਚ ਕੁਛ ਵੀ ਨਹੀਂ ਹੈ। ਤਿਸ ਕਾ ਹੁਕਮ ਬੂਝ ਸੁਖ ਹੋਏ। ਜਿਹੜਾ ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਉਸ ਦੇ ਹੁਕਮ ਨੂੰ ਬੁੱਝਣ ਕਰਕੇ, ਸਮਝਣ ਕਰਕੇ, ਗਿਆਤ ਹੋਣ ਕਰਕੇ ਹੀ ਮਨੁੱਖ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤਿਸ ਕਾ ਨਾਮ ਰੱਖ ਕੰਠ ਪੁਰੋਏ। ਇਸ ਕਰਕੇ ਭਾਈ ਪ੍ਰੇਮੀਆਂ, ਤਿਸ ਪਰਮਾਤਮਾ ਦਾ ਜੋ ਨਾਮ ਹੈ ਉਹ ਕੰਠ ਗਲੇ ਦੇ ਅੰਦਰ ਪਰੋ ਕੇ ਰੱਖ। ਸਵਾਸਾਂ ਰੂਪੀ ਧਾਗੇ ਦੇ ਅੰਦਰ ਤੇ ਆਪਣੇ ਕੰਠ ਦੇ ਵਿੱਚ, ਗਲੇ ਦੇ ਵਿੱਚ ਹਾਰ ਬਣਾ ਕੇ ਪਰੋ ਕੇ ਪਾ ਲੈ। ਵਾਹਿਗੁਰੂ ਦੇ ਨਾਮ ਦਾ ਨਾਮ ਰੂਪੀ ਮਣਕਾ ਹੈ ਤੇ ਸਵਾਸਾਂ ਦਾ ਧਾਗਾ। ਇੰਝ ਸਵਾਸਾਂ ਦੇ ਧਾਗੇ 'ਚ ਪਰੋ ਕੇ ਆਪਣੇ ਅੰਤਸ਼ਕਰਨ ਹਿਰਦੇ ਰੂਪੀ ਕੰਠ ਦੇ ਅੰਦਰ ਪਰੋ ਕੇ ਰੱਖ। ਸਿਮਰ 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 ਪ੍ਰਭ ਸੋਏ। ਮਨ ਬਾਣੀ ਤੇ ਸਰੀਰਕ ਤੌਰ 'ਤੇ, ਮਨ ਬਾਣੀ ਕਰਮਾਂ ਕਰਕੇ ਉਸੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ। ਨਾਨਕ ਬਿਘਨ ਨਾ ਲਾਗੈ ਕੋਇ। ਜਿਹੜਾ ਇੰਜ ਕਰਦਾ ਉਹਨੂੰ ਕਿਸੇ ਪ੍ਰਕਾਰ ਦਾ ਨਾ ਦੁਨਿਆਵੀ ਜ਼ਿੰਦਗੀ ਵਿੱਚ ਤੇ ਨਾ ਪਰਮਾਰਥਕ ਜ਼ਿੰਦਗੀ ਵਿੱਚ, ਲੋਕ ਪ੍ਰਲੋਕ ਵਿੱਚ ਕੋਈ ਵਿਘਨ ਨਹੀਂ ਲੱਗਦਾ ਹੈ। ਉਸਤਤ ਮਨ ਮਹਿ ਕਰ ਨਿਰੰਕਾਰ। ਦੂਸਰੇ ਪਦ ਵਿੱਚ ਫਿਰ ਸਤਿਗੁਰੂ ਕਹਿ ਰਹੇ ਨੇ ਕਿ ਭਾਈ ਜਿਹੜਾ ਨਿਰਾਕਾਰ ਹੈ, ਆਕਾਰਾਂ ਤੋਂ ਰਹਿਤ ਵਾਹਿਗੁਰੂ ਪਰਮਾਤਮਾ, ਜਿਹਦਾ ਆਕਾਰ ਕੋਈ ਦਿਖਾਈ ਨਹੀਂ ਦਿੰਦਾ, ਆਕਾਰ ਕੋ ਹੋਵੇ ਤਾਂ ਦਿਖਾਈ ਦੇਵੇ। ਵੈਸੇ ਜਿਹੜਾ ਸੰਸਾਰ ਸਾਰਾ ਆਕਾਰ ਬਣਾਇਆ ਵੀ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ ਤੇ ਉਹ ਵਾਸਤਵਿਕ ਰੂਪ ਵਿੱਚ ਨਿਰਾਕਾਰ ਹੈ। ਐਸੇ ਨਿਰੰਕਾਰ ਪਰਮਾਤਮਾ ਦੀ ਉਸਤਤ ਆਪਣੇ ਮਨ ਦੇ ਅੰਦਰ ਵੀ ਕਰਦਾ ਰਹੋ। ਦਿਨੇ ਰਾਤ ਮਨ ਹੀ ਮਨ ਅੰਦਰ ਉਹਦੀ ਕੁਦਰਤ ਨੂੰ ਵੇਖ ਕੇ ਵਿਸਮਾਦਤਾਈ ਵਿੱਚ ਜਾਇਆ ਕਰ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਚੱਚਾ ਰਚਤ ਚਿੱਤਰ ਹੈ ਭਾਰੀ, ਤਰ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਰ ਚਿੱਤਰ ਹੈ ਚਿਤਰਾਖ ਚਿਤੇਰਾ। ਚੱਚੇ ਅੱਖਰਾਂ ਉਪਦੇਸ਼ ਦਿੰਦੇ ਆ ਕਬੀਰ ਜੀ ਵੀ ਜਿਹੜੀ ਪ੍ਰਮਾਤਮਾ ਦੀ ਰਚਨਾ ਨਾ ਇਹ ਬੜੀ ਅਲੌਕਿਕ ਹੈ, ਬੜਾ ਭਾਰੀ ਇਹ ਅਲੌਕਿਕ ਵਸਤੂ ਹੈ ਜਿਹੜੀ ਰਚਨਾ ਪ੍ਰਮਾਤਮਾ ਰਚੀ ਹੈ। ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਇਹ ਚਿੱਤਰ ਹੈ ਜਿਹੜਾ ਬਣਾਇਆ ਪ੍ਰਮਾਤਮਾ ਦਾ, ਕੁਦਰਤ ਦਾ, ਇਹ ਬੜਾ ਵਿਚਿੱਤਰ ਹੈ।
ਇਹੋ ਹੀ ਵਿਚੇਰਾ ਝਗੜਾ ਗਲ ਪਿਆ ਹੋਇਆ। ਔਰ ਤਰ ਚਿੱਤਰ ਹੈ ਚਿਤਰਾਹ ਚ ਤੇਰਾ। ਸੋ ਇਸ ਪ੍ਰਕਾਰ ਇਸ ਚਿੱਤਰ ਦਾ ਖਿਆਲ ਮਨ ਚੋਂ ਛੱਡ ਕੇ ਇਹਦੇ ਵਿੱਚ ਜਿਹੜਾ ਚਿੱਤਰਕਾਰੀ ਕਰਨ ਵਾਲਾ ਬੈਠਾ ਨਾ ਪ੍ਰਮਾਤਮਾ, ਉਸ ਚਤੇਰੇ ਨੂੰ ਚਿੱਤ ਵਿੱਚ ਵਸਾਓ। ਕੁਦਰਤ ਨੂੰ ਵੇਖ ਕੇ ਕਾਦਰ ਚੇਤੇ ਆਉਣਾ ਚਾਹੀਦਾ ਹੈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਹੇ ਮੇਰੇ ਮਨਾ, ਹੋਰ ਵਿਹਾਰ ਜਿਹੜੇ ਝੂਠੇ ਹਨ ਉਹਨਾਂ 'ਚ ਬੜਾ ਤੂੰ ਚੇਤਾ ਆਪਣਾ ਪ੍ਰਚਾਇਆ ਹੋਇਆ। ਜੋ ਸੱਚਾ ਵਿਵਹਾਰ ਹੈ ਨਾ, ਸਤ ਨਿਸ਼ਚੇ ਕਰਕੇ ਪਰਮਾਤਮਾ ਦੀ ਬੰਦਗੀ ਦਾ ਸਦੀਵੀ ਨਾਲ ਨਿਭਣ ਵਾਲਾ ਜਿਹੜਾ ਵਿਹਾਰ ਹੈ ਭਗਤੀ ਦਾ, ਉਹ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਆਪਣੀ ਰਸਨਾ ਜੀਭ ਦੇ ਨਾਲ ਜਿਹੜਾ ਨਿਰਮਲ ਉਜਲ ਤੇ ਪਵਿੱਤਰ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਹੈ ਉਸ ਨੂੰ ਪੀਓ। ਸਦਾ ਸੁਹੇਲਾ ਕਰ ਲੇਹ ਜੀਓ, ਜੇ ਇੰਝ ਪੀਏਗਾ ਤੇ ਤੇਰਾ ਜਿਹੜਾ ਜੀਵ ਆਤਮਾ ਹੈ ਨਾ, ਜਿੰਦ ਆ ਤੇਰੀ, ਸਦਾ ਵਾਸਤੇ ਸੁਹੇਲੀ ਹੋ ਜਾਏਗੀ, ਸੁਖੀ ਹੋ ਜਾਏਗੀ। ਤੇਰਾ ਜੀਓ ਸੁਹੇਲਾ ਹੋ ਜਾਏਗਾ, ਸਦਾ ਵਾਸਤੇ ਸੁਖੀ ਕਰ ਲਾ ਆਪਣੀ ਜਿੰਦ ਨੂੰ। ਨੈਨੋ ਪੇਖ ਠਾਕੁਰ ਕਾ ਰੰਗ, ਠਾਕੁਰ ਜੋ ਪਰਮੇਸ਼ਰ ਦਾ ਇਹ ਰੰਗ ਤਮਾਸ਼ਾ ਹੈ ਨਾ, ਇਸ ਨੂੰ ਨੇਤਰਾਂ ਨਾਲ ਵੇਖ ਬੇਸ਼ੱਕ। ਜਿਵੇਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਬਚਨ ਲਿਖਿਆ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਜਗਤ ਤਮਾਸ਼ਾ ਜਮ ਤੱਕੋ, ਤੱਕਦੀਆਂ ਅੱਕੋ ਨਾ। ਪਰ ਇੱਕ ਗੱਲ ਤੁਸੀਂ ਚੇਤੇ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ। ਸੋ ਤੁਸੀਂ ਮੈਲੀਆਂ ਨਾ ਹੋ, ਨਿਗਾਹ ਮੈਲੀ ਨਹੀਂ ਹੋਣੀ ਚਾਹੀਦੀ। ਜਗਤ ਦਾ ਤਮਾਸ਼ਾ ਜੋ ਪਰਮੇਸ਼ਰ ਨੇ ਰਚਿਆ ਹੈ, ਠਾਕੁਰ ਦਾ ਰੰਗ ਤਮਾਸ਼ਾ ਹੈ, ਇਹਨੂੰ ਵੇਖੋ ਨੇਤਰਾਂ ਨਾਲ। ਪਰ ਸਾਧ ਸੰਗ ਬਿਨਸੈ ਸਭ ਸੰਗ, ਇਸ ਤਮਾਸ਼ੇ ਵਿੱਚ ਪਰਮੇਸ਼ਰ ਵਸਿਆ ਹੋਇਆ ਨੇ ਜਾਣੋ। ਤੇ ਸਾਧੂ ਜਿਹੜੇ ਸ੍ਰੇਸ਼ਟ ਪੁਰਸ਼ ਭਲੇ ਪੁਰਸ਼ ਹੈ, ਉਹਨਾਂ ਦੀ ਸੰਗਤ 'ਚ ਵਸ ਕੇ ਫਿਰ ਬਾਕੀ ਦਾ ਜਿਹੜਾ ਸਾਰਾ ਸੰਗ ਸਾਥ ਹੈ ਮਨ ਨੂੰ ਚੰਬੜਿਆ, ਉਹ ਬਿਨਸ ਜਾਂਦਾ ਹੈ। ਅਸੀਂ ਸੰਗ ਸਾਥ ਵਸਦੇ ਹਾਂ ਮਾਇਆ ਦੇ, ਤੇ ਗੁਰਮੁਖ ਪਿਆਰਿਆਂ ਦਾ, ਭਲੇ ਪੁਰਸ਼ਾਂ ਦਾ, ਸਾਧਾਂ ਦਾ ਸੰਗ ਕਰਕੇ ਫਿਰ ਬਾਕੀ ਸਾਰਾ ਸੰਗ ਸਾਥ ਜਿਹੜਾ ਵਿਕਾਰਾਂ ਦਾ ਸੰਗ ਸਾਥ ਹੈ ਬਿਨਸ ਜਾਂਦਾ ਹੈ। ਚਰਨ ਚਲਾਓ ਮਾਰਗ ਗੋਬਿੰਦ, ਜੋ ਗੋਬਿੰਦ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਮਾਰਗ ਰਸਤਾ ਹੈ, ਭਾਵ ਭਗਤੀ ਸਿਮਰਨ ਭਜਨ ਦਾ, ਉਸ ਮਾਰਗ 'ਤੇ ਚੱਲੋ। ਚਰਨਾਂ ਨਾਲ ਚੱਲੋ। ਕੀ ਮਤਲਬ ਹੈ ਵੀ ਚਰਨ ਜਿਹੜੇ ਸਤਸੰਗਤ ਵੱਲ ਚੱਲ ਕੇ ਜਾਣ। ਜਿਹੜਾ ਗੋਬਿੰਦ ਦਾ ਮਾਰਗ ਹੈ ਉਹ ਸਤਸੰਗਤ ਹੈ। ਸੋ ਇਸ ਤਰ੍ਹਾਂ ਪੈਰਾਂ ਦੇ ਨਾਲ ਉਧਰ ਨੂੰ ਚੱਲ ਕੇ ਜਾਓ ਚਰਨ। ਸੋ ਇਸੇ ਪ੍ਰਕਾਰ ਜਿਹੜੇ ਹਿਰਦੇ ਦੇ ਅੰਦਰ ਮਨ ਬੁੱਧ ਚਿੱਤ ਅਹੰਕਾਰ ਹੈ, ਇਹ ਚਰਨ ਹਨ। ਇਹਨਾਂ ਚਰਨਾਂ ਦੁਆਰਾ ਚੱਲੋ ਪਰਮੇਸ਼ਰ ਅਕਾਲ ਪੁਰਖ ਦੇ ਮਾਰਗ 'ਤੇ, ਭਗਤੀ ਦੇ ਮਾਰਗ 'ਤੇ। ਮਿਟੈ ਪਾਪ ਜਪੀਐ ਹਰ ਬਿੰਦ, ਔਰ ਇਸ ਕਰਨ ਦੇ ਨਾਲ ਇਸ ਮਾਰਗ 'ਤੇ ਕਿਆ ਚੱਲਣਾ, ਹਰ ਬਿੰਦ। ਹਰੀ ਅਕਾਲ ਪੁਰਖ ਬਿੰਦ ਮਾਤਰ ਹੀ, ਥੋੜ੍ਹੇ ਮਾਤਰ ਵੀ ਜੇ ਜਪੀਏ ਤੇ ਪਾਪ ਮਿਟ ਜਾਂਦੇ ਆ। ਜੇ ਸਤਸੰਗਤ ਕਰਦੇ ਹਾਂ ਵਾਹਿਗੁਰੂ ਪਰਮੇਸ਼ਰ ਨੂੰ ਜਪੀਏ ਨਾ, ਬਿੰਦ ਮਾਤਰ, ਥੋੜ੍ਹੇ ਮਾਤਰ, ਥੋੜ੍ਹਾ ਸਮਾਂ ਹੀ, ਤਾਂ ਇੰਜ ਰੋਜ਼ ਜਪਣ ਦੇ ਨਾਲ ਪਾਪ ਮਿਟਦੇ ਹਨ। ਕਰ ਹਰ ਕਰਮ ਸ਼ਰਵਨ ਹਰ ਕਥਾ, ਹਰੀ ਅਕਾਲ ਪੁਰਖ ਦੀ ਪ੍ਰਾਪਤੀ ਵਾਲਾ ਕਰਮ ਕਰੋ ਤੇ ਕੰਨਾਂ ਦੇ ਨਾਲ ਸਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਹਰੀ ਅਕਾਲ ਪੁਰਖ ਦੀ ਕਥਾ ਸੁਣੋ, ਪਰਮਾਤਮਾ ਦੀਆਂ ਵਡਿਆਈਆਂ ਸੁਣੋ। ਹਰ ਦਰਗਹਿ ਨਾਨਕ ਊਜਲ ਮੱਥਾ, ਇਹਦਾ ਪ੍ਰਤਾਪ ਫਲ ਕੀ ਹੋਵੇਗਾ ਜੀ? ਤਾਂ ਹਜ਼ੂਰ ਕਹਿੰਦੇ ਨੇ ਹਰੀ ਦੀ ਦਰਗਾਹ ਵਿੱਚ, ਹਰੀ ਦੇ ਦਰਬਾਰ ਅੰਦਰ ਤੁਸੀਂ ਉਜਲਾ ਮੱਥਾ ਲੈ ਕੇ ਜਾਓਗੇ। ਗੁਰਸਿੱਖਾਂ ਮੱਥੇ ਉਜਲੇ, ਸੱਚੇ ਦਰਬਾਰੇ। ਭਾਈ ਗੁਰਦਾਸ ਸਿੰਘ ਜੀ ਦੀ ਵਾਰ ਹੈ ਜਿਹੜੀ 41ਵੀਂ ਵਿੱਚ ਬਚਨ ਲਿਖਿਆ ਹੋਇਆ। ਇਸ ਪ੍ਰਕਾਰ ਸੇਵਕ ਦਰਗਹਿ ਸੁਰਖਰੂ ਵੇ ਮੁਖ ਮੁਖ ਕਾਲਾ, ਭਾਈ ਗੁਰਦਾਸ ਨੇ ਲਿਖਿਆ ਹੈ। ਸੁਰਖਰੂ ਮੱਥਾ ਲੈ ਕੇ ਜਾਓਗੇ, ਉਜਲਾ ਮੱਥਾ ਲੈ ਕੇ ਜਾਓਗੇ। ਬੜ ਭਾਗੀ ਤੇ ਜਨ ਜਗ ਮਾਹੇ, ਹਜ਼ੂਰ ਫਰਮਾਉਂਦੇ ਨੇ ਕਿ ਉਹ ਜਨ ਪੁਰਸ਼ ਸੇਵਕ ਜਗਤ ਵਿੱਚ ਆਏ ਹੋਏ ਬੜ ਭਾਗੀ ਹਨ, ਵੱਡਿਆਂ ਭਾਗਾਂ ਵਾਲੇ ਹਨ। ਕਿਹੜੇ ਜੀ? ਸਦਾ ਹਰ ਕੇ ਗੁਣ ਗਾਹੇ, ਸਦਾ ਹਮੇਸ਼ਾ ਲਈ, ਹਰ ਸਮੇਂ ਜਿਹੜੇ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਹਨ। ਰਾਮ ਨਾਮ ਜੋ ਕਰਹਿ ਵਿਚਾਰ, ਰਾਮ ਰਮਿਆ ਪਰਮੇਸ਼ਰ ਜੋ ਅਕਾਲ ਪੁਰਖ ਹੈ, ਉਹਦੇ ਨਾਮ ਦੀ ਜਿਹੜੇ ਵਿਚਾਰ ਕਰਦੇ ਨੇ। ਸੇ ਧਨਵੰਤ ਗਨੀ ਸੰਸਾਰ, ਉਹ ਬਹੁਤ ਵੱਡੇ ਧਨਵਾਨ ਹਨ, ਧਨ ਵਾਲੇ ਹਨ, ਧਨਾੜ ਹਨ ਤੇ ਗਨੀ ਹਨ, ਰੱਜੇ ਹੋਏ ਨੇ ਸੰਸਾਰ ਦੇ ਅੰਦਰ। ਮਨ ਤਨ ਮੁਖ ਬੋਲਹਿ ਹਰ ਮੁਖੀ, ਔਰ ਇਸ ਪ੍ਰਕਾਰ ਜਿਹੜਾ ਹਰੀ ਮੁਖੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਮਾਲਕ ਮੁਖੀ ਆਗੂ, ਉਸ ਹਰੀ ਦੇ ਨਾਮ ਨੂੰ ਮਨ ਵਿੱਚ ਵੀ ਜਪਦੇ ਆ, ਤਨ ਇੰਦਰੀਆਂ ਕਰਕੇ ਵੀ ਉਹਦਾ ਧਿਆਨ ਧਰਦੇ ਹਨ ਤੇ ਮੁਖ ਤੋਂ ਵੀ ਬੋਲਦੇ ਹਨ ਉਸ ਹਰੀ ਮੁਖੀ ਦੇ ਨਾਮ ਨੂੰ। ਸਦਾ ਜਨ ਹੋ ਤੇ ਸੁਖੀ,
ਤੇ ਉਹ ਜਿਹੜੇ ਮਨੁੱਖ ਹਨ ਸਦਾ ਸਦਾ ਵਾਸਤੇ ਸੁਖੀ ਜਾਣ ਲਓ। ਉਹ ਸੁਖ ਦੇ ਸਹਿਤ ਹਨ, ਬਾਕੀ ਕੋਈ ਸੁਖੀ ਨਹੀਂ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਧਨ ਹੋਸ਼ੀ ਛਾਰ ਜਾਣੈ ਕੋਏ ਜਨ। ਇਸੇ ਪ੍ਰਕਾਰ ਸੁਖ ਨਾ ਹੀਰੇ ਹਰ ਭਗਤ ਬਿਨਾ, ਏਕੋ ਏਕ ਏਕ ਪਛਾਨੈ। ਉਹ ਗੁਰਮੁਖ ਪਿਆਰਾ ਜੋ ਹੈ ਸਮਾਰਗ ਤੇ ਚੱਲਿਆ ਹੋਇਆ, ਉਹ ਇੰਜ ਪਛਾਣਦਾ ਵੀ ਪਹਿਲਾਂ ਵੀ ਇੱਕੋ ਹੀ ਸੀ ਪਰਮਾਤਮਾ। ਹੁਣ ਸ੍ਰਿਸ਼ਟੀ ਜਦੋਂ ਰਚੀ ਹੈ ਤੇ ਹੁਣ ਵੀ ਇੱਕ ਹੀ ਹੈ, ਤੇ ਜਦੋਂ ਸ੍ਰਿਸ਼ਟੀ ਦਾ ਅੰਤ ਕਰਨਾ ਉਦੋਂ ਵੀ ਇੱਕ ਪਰਮਾਤਮਾ ਹੀ ਕਾਇਮ ਰਹੇਗਾ। ਇੰਜ ਇੱਕੋ ਇੱਕ ਪਰਮਾਤਮਾ ਦੀ ਜੋਤ ਨੂੰ ਮਨ ਬਾਣੀ ਸਰੀਰ ਕਰਕੇ ਉਹ ਪਛਾਣਦਾ ਹੈ। ਇਹ ਤੁੱਤ ਕੀ ਉਹ ਸੋਝੀ ਜਾਣੈ, ਇੱਥੇ ਉੱਥੇ ਦੀ, ਇਸ ਲੋਕ ਦੀ ਉਸ ਲੋਕ ਪਰਲੋਕ ਦੀ ਉਹ ਸੋਝੀ ਗਿਆਤ ਨੂੰ ਜਾਣ ਲੈਂਦਾ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਵਾਹਿਗੁਰੂ ਦੇ ਭਜਨ ਕਰਨ ਨਾਲ ਨਾਮ ਦੇ ਸੰਗ ਸਾਥ ਰਹਿਣਾ, ਜਿਹੜਾ ਨਾਮ ਨਾਲ ਜੁੜੇ ਰਹਿਣਾ, ਇਹ ਨਾਮ ਦੇ ਸੰਗ ਸਾਥ ਜਿਸ ਦਾ ਮਨ ਮੰਨ ਗਿਆ ਹੈ। ਨਾਨਕ ਤਿਨਹਿ ਨਿਰੰਜਨ ਜਾਣਿਆ, ਭਾਵ ਵਾਹਿਗੁਰੂ ਦੀ ਜਾਣਕਾਰੀ, ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰਾਉਣ ਵਾਲਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਜਿਹਦਾ ਨਾਮ ਨਾਲ ਮਨ ਮੰਨ ਗਿਆ, ਉਸਨੇ ਹੀ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਅਕਾਲ ਪੁਰਖ ਨੂੰ ਜਾਣ ਲਿਆ ਹੈ। ਗੁਰ ਪ੍ਰਸਾਦ ਆਪਣੇ ਆਪ ਸੁਝੈ, ਜਿਸ ਦੇ ਉੱਪਰ ਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਪ੍ਰਸੰਨਤਾ ਦੁਆਰਾ ਆਪਣੇ ਆਪ ਨੂੰ ਸੁਝਦਾ ਭਾਵ ਗਿਆਨ ਪ੍ਰਾਪਤ ਹੋ ਜਾਂਦਾ। ਉਹ ਆਪਣੇ ਆਪ ਦਾ ਗਿਆਨ ਪ੍ਰਾਪਤ ਕਰ ਲੈਂਦਾ ਜਿਸ 'ਤੇ ਗੁਰਾਂ ਦੀ ਕਿਰਪਾ ਹੁੰਦੀ ਹੈ। ਅਤੇ ਜਿਹਨੇ ਆਪਣਾ ਆਪ ਗਿਆਨ ਪ੍ਰਾਪਤ ਕਰ ਲਿਆ ਆਪਣੇ ਸਰੂਪ ਦਾ ਕਿ ਮੈਂ ਆਤਮਾ ਹਾਂ, ਕੇਵਲ ਜ਼ਬਾਨੀ ਨਹੀਂ, ਗੱਲੀ ਬਾਤੀ ਨਹੀਂ, ਸੁਣ ਕੇ ਨਹੀਂ, ਯਥਾਰਥ ਰੂਪ ਵਿੱਚ ਆਪਣੇ ਆਪ ਨੂੰ ਸੁੱਝ ਜਾਂਦਾ, ਗਿਆਨ ਪ੍ਰਾਪਤ ਹੋ ਜਾਂਦਾ ਅਨੁਭਵੀ। ਅਤੇ ਫਿਰ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਜਦੋਂ ਆਪਣੇ ਆਪ ਨੂੰ ਆਤਮਾ ਰੂਪ ਸਮਝ ਲੈਂਦਾ ਹੈ ਫਿਰ ਤ੍ਰਿਸ਼ਨਾ ਨਹੀਂ ਰਹਿੰਦੀ। ਜਾਣ ਲਓ ਉਸ ਦੀ ਤ੍ਰਿਸ਼ਨਾ ਬੁਝ ਗਈ ਹੈ, ਕਿਸੇ ਪ੍ਰਕਾਰ ਦੀ ਲਾਲਸਾ ਨਹੀਂ ਰਹਿ ਜਾਂਦੀ। ਆਤਮਾ ਦਾ ਹੈ ਹੀ ਆਨੰਦ ਸਰੂਪ ਹੈ, ਹੋਰ ਇਹਦੋਂ ਅੱਗੇ ਉਹਨੇ ਕੀ ਲੈਣਾ। ਅਤੇ ਇਸ ਤਰ੍ਹਾਂ ਤ੍ਰਿਸ਼ਨਾ ਉਦੋਂ ਤੱਕ ਜਦੋਂ ਤੱਕ ਸਰੀਰ ਨੂੰ ਆਪਣਾ ਰੂਪ ਮੰਨਿਆ ਹੋਇਆ ਅਤੇ ਸੱਚ ਮੰਨਿਆ ਹੋਇਆ, ਇਸ ਦੁਨੀਆ ਦੇ ਸਦਾ ਰਹਿਣਾ ਮੰਨਿਆ ਹੋਇਆ, ਉਦੋਂ ਤੱਕ ਤ੍ਰਿਸ਼ਨਾ ਵਿਆਪਦੀ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਸਾਧ ਭਲੇ ਪੁਰਸ਼ਾਂ ਦੀ ਸੰਗਤ 'ਚ ਮਿਲ ਕੇ, ਗੁਰੂ ਕੀ ਸਾਧ ਸੰਗਤ 'ਚ ਮਿਲ ਕੇ ਜਿਹੜਾ ਵਾਹਿਗੁਰੂ ਨਾਮ ਨੂੰ ਬੋਲਦਾ ਹੈ, ਪਰਮਾਤਮਾ ਦੇ ਜਸ ਨੂੰ ਉਚਾਰਨ ਕਰਦਾ ਹੈ, ਸਰਬ ਰੋਗ ਤੇ ਉਹ ਹਰਿ ਜਨ ਰਹਿਤ। ਉਹ ਹਰੀ ਦਾ ਜਨ ਜੋ ਭਗਤ ਹੈ, ਸੇਵਕ, ਸਾਰਿਆਂ ਰੋਗਾਂ ਤੋਂ ਰਹਿਤ ਹੋ ਜਾਂਦਾ, ਉਹਦੇ ਸਾਰੇ ਰੋਗ ਨਿਵਰਤ ਹੋ ਜਾਂਦੇ ਨੇ। ਹਉਮੈ ਰੋਗ ਮਨੁੱਖ ਕੋ ਦੀਨਾ, ਜਿਵੇਂ ਵਚਨ ਹਨ, ਇਹ ਜਿਹੜੇ ਰੋਗ ਚੰਬੜੇ ਹੋਏ ਨਾ, ਵਿਕਾਰ ਆਦਿਕ, ਇਹਨਾਂ ਸਾਰਿਆਂ ਰੋਗਾਂ ਤੋਂ ਉਹ ਰਹਿਤ ਹੋ ਜਾਂਦਾ ਹੈ। ਅਨ ਦਿਨ ਕੀਰਤਨ ਕੇਵਲ ਬਖਿਆਨ, ਰਾਤ ਦਿਨ ਕੇਵਲ ਤੇ ਕੇਵਲ ਪਰਮਾਤਮਾ ਦੇ ਕੀਰਤਨ ਨੂੰ ਬਖਿਆਨ ਉਚਾਰਦਾ ਹੈ। ਗ੍ਰਸਤ ਮੈਂ ਸੋਈ ਨਿਰਵਾਨ, ਗ੍ਰਹਿ ਘਰ ਅਸਤ ਹੈ, ਘਰ ਪਰਿਵਾਰ ਜਾਨੇ। ਜਿਹੜਾ ਗ੍ਰਸਤ ਹੈ, ਗ੍ਰਸਤੀ ਬਣ ਕੇ ਉਹ ਰਹਿੰਦਾ ਘਰ-ਬਾਰੀ ਹੋ ਕੇ, ਪਰ ਇਹਦੇ ਵਿੱਚ ਰਹਿੰਦਾ ਹੋਇਆ ਉਹ ਨਿਰਵਾਣ ਹੈ। ਜਿਵੇਂ ਸਤਿਗੁਰਾਂ ਨੇ ਕਿਹਾ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਇਸ ਪ੍ਰਕਾਰ ਉਹ ਨਿਰਵਾਣ ਤਿਆਗੀ ਹੈ। ਨਿਰਵਾਣ ਵਾਸ਼ਨਾ ਤੋਂ ਰਹਿਤ ਹੈ, ਨਿਰਬੰਧ ਸਰੂਪ ਹੈ। ਏਕ ਉਪਰ ਜਿਸ ਜਨ ਕੀ ਆਸਾ, ਜਿਸ ਜਨ ਭਗਤ ਦੀ ਆਸਾ ਇੱਕ ਪਰਮਾਤਮਾ ਉੱਪਰ ਹੀ ਹੈ। ਤਿਸ ਕੀ ਕੱਟੀਆ ਜਮ ਕੀ ਫਾਸਾ, ਉਸ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਪਰਮਾਤਮਾ ਅਕਾਲ ਪੁਰਖ ਆਪਣੇ ਬਿਰਧ ਦੀ ਪੈਜ ਰੱਖਦਾ ਹੈ ਅਤੇ ਉਸ ਜੀਵ ਦੀ ਜਮਾਂ ਦੀ ਫਾਹੀ ਕੱਟ ਦਿੰਦਾ ਵਾਹਿਗੁਰੂ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਸ ਵਿਅਕਤੀ ਜਿਸ ਭਗਤ ਦੇ ਮਨ ਅੰਦਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਮਿਲਣ ਦੀ ਭੁੱਖ ਹੈ, ਲਾਲਸਾ ਹੈ, ਕਾਂਖੀ ਇੱਕ ਹੈ ਦਰਸ ਤੁਹਾਰੋ, ਜਿਹੜਾ ਇਸ ਤਰ੍ਹਾਂ ਦਾ ਹੈ, ਨਾਨਕ ਤਿਸ ਹੈ ਨ ਲੱਗ ਹੈ ਦੂਖ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਤਿਸ ਮਨੁੱਖ ਨੂੰ ਨਹੀਂ ਲੱਗਦੇ ਹਨ ਦੁੱਖ। ਦੁੱਖ ਵੀ ਬਹੁ ਵਚਨ ਹੈ ਅਤੇ ਲੱਗ ਹੈ ਜਿਹੜੀ ਕਿਰਿਆ ਇਹ ਵੀ ਬਹੁ ਵਚਨ ਹੈ। ਉਸ ਨੂੰ ਕੋਈ ਦੁੱਖ ਨਹੀਂ ਲੱਗਦੇ ਹਨ, ਕੋਈ ਦੁੱਖ ਨੂੰ ਚੰਬੜ ਨਹੀਂ ਸਕਦਾ, ਕੋਈ ਪ੍ਰਭਾਵ ਨਹੀਂ ਪਾ ਸਕਦਾ ਕਿਸੇ ਪ੍ਰਕਾਰ ਦਾ, ਭਾਵੇਂ ਆਰਾ ਸਿਰ 'ਤੇ ਰੱਖਿਆ ਹੋਇਆ ਹੋਵੇ, ਭਾਵੇਂ ਬੰਦ ਕੱਟਿਆ ਜਾਂਦਾ ਹੋਵੇ, ਖੋਪਰੇ ਲੱਥ ਜਾਣ, ਕੋਈ ਦੁੱਖ ਨਹੀਂ ਲੱਗਦਾ ਹੈ, ਪ੍ਰਭਾਵ ਨਹੀਂ ਪੈਂਦਾ ਦੁੱਖਾਂ ਦਾ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਜਿਸ ਵਿਅਕਤੀ ਨੂੰ ਹਰੀ ਅਕਾਲ ਪੁਰਖ ਪ੍ਰਭੂ ਮਨ ਅੰਦਰ ਤੇ ਚਿੱਤ ਅੰਦਰ ਚੇਤੇ ਆਉਂਦਾ ਹੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਉਹ ਸੰਤ ਹੈ, ਉਹ ਸੁਹੇਲਾ ਸਦ ਸਦਾ ਸਭ ਭਰਮ ਪਉ ਭਾਗਾ,
ਸੋ ਇਸ ਪ੍ਰਕਾਰ ਉਹ ਸੰਤ ਹੈ ਤੇ ਸੁਹੇਲਾ ਸੁਖੀ ਹੈ, ਤੇ ਉਹ ਕਿਧਰੇ ਵੀ ਡੁਲਾਏਮਾਨ ਨਹੀਂ ਹੁੰਦਾ, ਡਿੱਕੋ ਡੋਲੇ ਨਹੀਂ ਖਾਂਦਾ, ਕਦੇ ਪਦਾਰਥ ਵੇਖ ਕੇ ਲਾਲਸਾ ਨਹੀਂ ਉਪਜਦੀ ਹੈ, ਜਾਂ ਖੁਸ਼ੀ ਵਾਲਾ ਕੋਈ ਸਮਾਗਮ ਹੈ, ਕੋਈ ਪਦਾਰਥ ਵੱਡੀ ਚੀਜ਼ ਮਿਲੀ, ਦਾਤ ਮਿਲੀ ਆ, ਤੇ ਫੁੱਲਦਾ ਨਹੀਂ, ਫੁਲਾਵਟ ਵਿੱਚ ਨਹੀਂ ਆਉਂਦਾ। ਜੇ ਕੁਛ ਚਲਿਆ ਜਾਂਦਾ ਤੇ ਉਦੋਂ ਘਬਰਾਉਂਦਾ ਨਹੀਂ। ਇਸ ਤਰ੍ਹਾਂ ਮਨ ਦੀ ਅਵਸਥਾ ਡੁਲਾਏਮਾਨ ਨਹੀਂ ਹੁੰਦੀ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਜਿਸ ਵਿਅਕਤੀ ਉੱਪਰ ਆਪਣਾ ਪ੍ਰਭੂ ਪਰਮਾਤਮਾ ਕਿਰਪਾ ਕਰਦਾ ਹੈ, ਸੋ ਸੇਵਕ ਕਹੋ ਕਿਸ ਡਰੈ। ਹੇ ਭਾਈ ਦੱਸੋ ਖਾਂ, ਫਿਰ ਉਹ ਜਿਹੜਾ ਸੇਵਕ ਹੈ ਪਰਮੇਸ਼ਵਰ ਦਾ, ਅਕਾਲ ਪੁਰਖ ਦਾ, ਉਹ ਕਿਸ ਤੋਂ ਡਰਦਾ ਹੈ? ਜਿਸ ਦੇ ਉੱਪਰ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ। ਜਿਵੇਂ ਕਬੀਰ ਜੀ ਨੂੰ ਪਕੜ ਲਿਆ ਸੀ ਬਾਦਸ਼ਾਹ ਵੱਲੋਂ, ਸਿਕੰਦਰ ਲੋਧੀ ਬਾਦਸ਼ਾਹ ਸੀ ਉਦੋਂ, ਤੇ ਕਬੀਰ ਜੀ ਨੂੰ ਪਕੜ ਕੇ ਜੂੜ ਕੇ ਹਾਥੀ ਅੱਗੇ ਸੁੱਟਿਆ ਗਿਆ ਸੀ। ਆਪ ਉਹਨਾਂ ਵਾਰਤ ਲਿਖੀ ਆ, ਉਹਨਾਂ ਦੀ ਪਵਿੱਤਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਇਸ ਪ੍ਰਕਾਰ ਕੁੰਚਰ ਪੋਟ ਲੈ ਲੈ ਨਮਸਕਾਰਾ, ਬੂਝੀ ਨਹੀਂ ਕਾਜੀ ਅੰਧਿਆਰਾ। ਉੱਥੇ ਬਚਨ ਉਹਨਾਂ ਕਿਹਾ, ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਸੋ ਇਸ ਪ੍ਰਕਾਰ ਫਿਰ ਗੰਗਾ ਦੀਆਂ ਲਹਿਰਾਂ ਸੁੱਟਿਆ ਗਿਆ ਸੀ, ਜੰਜੀਰਾਂ ਬੰਨ੍ਹ ਕੇ ਜੂੜ ਕੇ, ਤੇ ਉੱਥੇ ਵੀ ਜੰਜੀਰਾਂ ਟੁੱਟ ਗਈਆਂ ਸੀ, ਤੇ ਕਬੀਰ ਜੀ ਇੰਝ ਹੀ ਹੱਥ ਪੈਰ ਮਾਰਨ ਤੋਂ ਬਿਨਾਂ ਹੀ ਪਾਣੀ 'ਤੇ ਬੈਠੇ ਸੀ, ਜਿਵੇਂ ਧਰਤੀ 'ਤੇ ਬੈਠੇ ਹੋਈਦਾ। ਇਸ ਤਰ੍ਹਾਂ ਪਰਮੇਸ਼ਰ ਨੇ ਆਪਣੀ ਕਲਾ ਵਿਖਾਈ ਸੀ। ਤੇ ਜਿਹੜਾ ਪ੍ਰਮਾਤਮਾ ਦੇ ਪਰਾਇਣ ਹੈ, ਸਰਮੱਧ ਵਰਗਿਆਂ ਨੂੰ, ਹੋਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਅਨੇਕਾਂ ਇਤਿਹਾਸ ਹੈ ਅਨੇਕਾਂ ਤਰ੍ਹਾਂ ਦਾ, ਵੀ ਵਾਹਿਗੁਰੂ ਦੇ ਪਿਆਰੇ ਕਿਸੇ ਵੱਡੇ ਤੋਂ ਵੱਡੇ ਸ਼ਕਤੀਵਾਨ ਬੰਦੇ ਤੋਂ ਡਰੇ ਨਹੀਂ ਹਨ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਜਿਹੋ ਜਿਹਾ ਹੈ ਪ੍ਰਮਾਤਮਾ ਉਹੋ ਜਿਹਾ ਉਹਨਾਂ ਦੀ ਦ੍ਰਿਸ਼ਟੀ 'ਚ ਆਇਆ ਹੈ। ਉਹੋ ਜਿਹਾ ਰੂਪ ਵੀ ਪ੍ਰਮਾਤਮਾ ਨੇ ਆਪਣਾ ਵਿਖਾਇਆ ਹੋਇਆ ਉਹਨਾਂ ਨੂੰ। ਆਪਣੇ ਕਾਰਜ ਮੈਂ ਆਪ ਸਮਾਇਆ, ਆਪਣੇ ਇਹ ਸੰਸਾਰ ਰੂਪੀ ਕਾਰਜ ਵਿੱਚ ਆਪ ਸਮਾਇਆ ਹੋਇਆ ਉਹਨਾਂ ਨੂੰ ਦਿਖਾਈ ਦਿੰਦਾ ਪ੍ਰਮਾਤਮਾ। ਸੋਧਤ 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 ਸੀਜਿਆ, ਸੋਧਦਿਆਂ 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 ਸੀਜਿਆ, ਮਤਲਬ ਕਲਿਆਣ ਨੂੰ ਪ੍ਰਾਪਤ ਹੋ ਗਏ। ਸੋਧਦਿਆਂ ਵਿਚਾਰਦਿਆਂ ਵਿਚਾਰਦਿਆਂ ਵਿਚਾਰ, ਮਨ ਬਾਣੀ ਸਰੀਰ ਕਰਕੇ ਵੇਦਾਂ ਸ਼ਾਸਤਰਾਂ ਨੂੰ, ਸਾਰੇ ਗਿਆਨ ਨੂੰ ਸੋਧਦਿਆਂ ਹੋਇਆਂ ਵਿਚਾਰਦਿਆਂ ਹੋਇਆਂ ਸੀਜਿਆ, ਉਹ ਗੁਰਮੁਖ ਪਿਆਰਾ ਕਾਮਯਾਬ ਹੋ ਗਿਆ, ਅਖੀਰ ਤੇ ਪਹੁੰਚ ਗਿਆ। ਸਿਰਾ ਨਿਚੋੜ ਉਹਨੇ ਕੱਢ ਲਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਜਿਹੜਾ ਤਤ ਸਿਧਾਂਤ ਰੂਪ ਹੈ ਪਰਮੇਸ਼ਰ ਅਕਾਲ ਪੁਰਖ, ਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸਨੇ ਬੁੱਝ ਲਿਆ ਸਭ ਕੁਛ ਉਸ ਬਾਰੇ। ਜਬ ਦੇਖੋ ਤਬ ਸਭ ਕੁਛ ਮੂਲ, ਜਦੋਂ ਵੇਖਦੇ ਹਾਂ ਤਾਂ ਸਭ ਕੁਛ ਦਾ ਮੂਲ ਮੁੱਢ ਪ੍ਰਮਾਤਮਾ ਆਪ ਹੀ ਹੈ। ਸਾਰਾ ਜੋ ਕੁਝ ਪਸਰਿਆ ਹੋਇਆ ਇਸ ਦਾ ਮੂਲ ਪਰਮੇਸ਼ਰ ਅਕਾਲ ਪੁਰਖ ਹੀ ਹੈ। ਨਾਨਕ ਸੋ ਸੂਖਮ ਸੋਈ ਅਸਥੂਲ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਆਪਹਿ ਸੂਖਮ ਆਪਹਿ ਅਸਥੂਲਾ, ਲਖੀ ਨ ਜਾਈ ਨਾਨਕ ਲੀਲਾ। ਇੱਥੇ ਹਜ਼ੂਰ ਕਹਿ ਰਹੇ ਨੇ ਉਹੋ ਹੀ ਸੂਖਮ ਰੂਪ ਹੈ ਪ੍ਰਮਾਤਮਾ, ਤੇ ਉਹੋ ਹੀ ਇਹ ਦ੍ਰਿਸ਼ਮਾਨ ਪ੍ਰਪੰਚ ਜਿਹੜਾ ਸਥੂਲ ਰੂਪ ਧਾਰਿਆ ਹੈ ਆਪ ਹੀ ਹੈ ਵਾਹਿਗੁਰੂ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਨਾ ਕੁਛ ਜਨਮਦਾ ਹੈ ਤੇ ਨਾ ਕੁਛ ਮਰਦਾ ਹੈ। ਆਪਨ ਚਲਤ ਆਪ ਹੀ ਕਰੈ, ਆਪਣੇ ਚਲਿਤਰਾਂ ਕੌਤਕਾਂ ਨੂੰ ਆਪ ਹੀ ਪਰਮੇਸ਼ਰ ਕਰਦਾ ਹੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਉਣਾ ਤੇ ਜਾਣਾ, ਦਿਸਦਾ ਤੇ ਅਣਦਿਸਦਾ, ਇਹ ਸਾਰਾ ਜੋ ਕੁਝ ਬਣਾਇਆ ਵਾਹਿਗੁਰੂ ਨੇ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਸਾਰੀ ਸ੍ਰਿਸ਼ਟੀ ਆਪਣੀ ਆਗਿਆਕਾਰੀ ਬਣਾਈ ਹੋਈ ਹੈ। ਭਾਵ ਆਗਿਆ ਵਿੱਚ ਹੁਕਮ ਦੇ ਅੰਦਰ ਹੀ ਹੈ। ਹੁਕਮ 'ਚ ਹੀ ਆਉਣਾ, ਹੁਕਮ 'ਚ ਹੀ ਜਾਣਾ, ਹੁਕਮ ਦੁਆਰਾ ਹੀ ਕੁਝ ਚੀਜ਼ਾਂ ਦਿਖਾਈ ਦੇ ਰਹੀਆਂ, ਕੁਝ ਨਹੀਂ ਦਿਖਾਈ ਦੇ ਰਹੀਆਂ। ਆਉਣਾ ਜਾਣਾ, ਦਿਸਦਾ ਤੇ ਅਣਦਿਸਦਾ ਜਿੰਨਾ ਸੰਸਾਰ ਹੈ, ਅਣਡਿੱਠੀ ਦੁਨੀਆ ਤੇ ਡਿੱਠੀ ਦੁਨੀਆ, ਦਿਸਣ ਵਾਲੀ ਤੇ ਨਾ ਦਿਸਣ ਵਾਲੀ, ਸਾਰੀ ਜਿਹੜੀ ਸ੍ਰਿਸ਼ਟੀ ਹੈ ਇਹ ਆਗਿਆਕਾਰੀ ਬਣਾ ਕੇ ਧਾਰੀ ਹੋਈ, ਟਿਕਾਈ ਹੋਈ, ਆਸਰਾ ਦਿੱਤਾ ਹੋਇਆ ਹੈ। ਆਪੇ ਆਪ ਸਗਲ ਮਹਿ ਆਪ, ਵਾਹਿਗੁਰੂ ਪਰਮਾਤਮਾ ਆਪਣੇ ਆਪ ਤੋਂ ਆਪ ਰੂਪ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਤੇ ਸਗਲ ਮਹਿ ਆਪ, ਸਾਰਿਆਂ ਜੀਆਂ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਆਪ ਹੀ ਪਸਰਿਆ ਹੋਇਆ। ਅਨੇਕ ਜੁਗਤ ਰਚ ਥਾਪ ਉਥਾਪ, ਅਨੇਕਾਂ ਜੁਗਤੀਆਂ ਨਾਲ ਰਚ ਕੇ ਸੰਸਾਰ ਨੂੰ, ਥਾਪ ਰਚਨਾ ਰਚ ਕੇ ਮਾਇਆ ਦੀ, ਫਿਰ ਥਾਪ ਬਣਾ ਕੇ ਸੰਸਾਰ ਨੂੰ ਉਥਾਪ ਨਾਸ ਕਰਨ ਵਾਲਾ ਵੀ ਆਪ ਹੀ ਹੈ, ਨਸ਼ਟ ਵੀ ਆਪ ਹੀ ਕਰਦਾ। ਅਬਿਨਾਸੀ ਨਾਹੀ ਕਿਛ ਖੰਡ, ਪਰਮਾਤਮਾ ਅਬਿਨਾਸੀ, ਅਨਾਸ ਤੋਂ ਰਹਿਤ, ਨਹੀਂ ਹੈ ਕੁਛ ਵੀ ਉਹਦਾ ਖੰਡਨ ਹੁੰਦਾ, ਨਾਸ ਹੁੰਦਾ। ਖੰਡ ਮੈਨੇ ਟੁਕੜਾ ਹੋਣਾ, ਪਰਮਾਤਮਾ ਦਾ ਕੁਛ ਟੁਕੜਾ ਨਹੀਂ ਹੁੰਦਾ ਹੈ, ਖੰਡ ਨਾਸ ਨਹੀਂ ਹੁੰਦਾ, ਉਹਦਾ ਖੰਡਨ ਨਹੀਂ ਹੋ ਸਕਦਾ। ਧਾਰਨ ਧਾਰ ਰਹਿਓ ਬ੍ਰਹਿਮੰਡ, ਇਹ ਜਿਹੜੀ ਬ੍ਰਹਿਮੰਡ ਦੀ ਧਾਰਨਾ ਹੈ ਆਪ ਹੀ ਧਾਰਨ ਕੀਤੀ ਹੋਈ ਹੈ ਵਾਹਿਗੁਰੂ ਨੇ, ਆਪ ਹੀ ਬਣਾਈ ਹੋਈ ਹੈ, ਆਪ ਹੀ ਆਸਰਾ ਦਿੱਤਾ ਹੋਇਆ।
ਸਾਰੇ ਖੰਡਾਂ ਬ੍ਰਹਿਮੰਡਾਂ ਦੀ ਜਿਹੜੀ ਧਾਰਨਾ ਹੈ, ਬਨਾਵਟ ਹੈ, ਆਪ ਹੀ ਧਾਰੀ ਹੋਈ ਹੈ। ਅਲਖ ਅਭੇਵ ਪੁਰਖ ਪ੍ਰਤਾਪ। ਅਲਖ ਲਖਿਆ ਨਹੀਂ ਜਾਂਦਾ, ਭਾਵ ਦ੍ਰਿਸ਼ਟੀ ਨਹੀਂ ਆਉਂਦਾ, ਨਜ਼ਰੀ ਨਹੀਂ ਆਉਂਦਾ ਹੈ। ਅਭੇਵ, ਉਹਦਾ ਭੇਦ ਵੀ ਨਹੀਂ ਪਾਇਆ ਜਾਂਦਾ। ਸਾਡਾ ਮਨ 'ਚ ਇੰਨੀ ਸ਼ਕਤੀ ਤਾਕਤ ਹੈ ਹੀ ਨਹੀਂ ਕਿ ਪਰਮਾਤਮਾ ਦਾ ਭੇਦ ਪਾ ਸਕੇ। ਪੁਰਖ ਪੂਰਨ ਹੈ। ਪ੍ਰਤਾਪ ਉਸ ਵਾਹਿਗੁਰੂ ਦਾ ਬਹੁਤ ਵੱਡਾ ਹੈ, ਪ੍ਰਤਾਪ ਵਾਲਾ ਹੈ। ਸੋ ਇਸ ਪ੍ਰਕਾਰ ਪੁਰਖ ਪ੍ਰਤਾਪ, ਪ੍ਰਤਾਪ ਰੂਪ ਹੀ ਹੈ ਉਹ ਪੁਰਖ ਪਰਮਾਤਮਾ, ਉਹਦਾ ਤੇਜ ਬਹੁਤ ਵੱਡਾ ਹੈ। ਆਪ ਜਪਾਏ ਤਾਂ ਨਾਨਕ ਜਾਪ। ਜੇ ਉਹ ਵਾਹਿਗੁਰੂ ਪਰਮਾਤਮਾ ਬਖਸ਼ਿਸ਼ ਕਰਕੇ ਆਪਣਾ ਆਪ ਨਾਮ ਜਪਾਵੇ ਤਾਂ ਹੀ ਇਹ ਜੀਵ ਜਾਪ ਕਰਦਾ ਉਸ ਦਾ। ਆਪ ਜਪਾਏ, ਜੇ ਆਪਣਾ ਆਪ ਜਣਾਵੇ ਤਾਂ ਹੀ ਜਾਪ ਜਾਣ ਸਕਦਾ ਉਸ ਵਾਹਿਗੁਰੂ ਨੂੰ। ਜਿਨ ਪ੍ਰਭ ਜਾਤਾ ਸੋ ਸੋਭਾਵੰਤ। ਜਿਸ ਨੇ ਉਸ ਪਰਮਾਤਮਾ ਅਕਾਲ ਪੁਰਖ ਨੂੰ ਜਾਣ ਲਿਆ, ਘਟ ਘਟ ਮੈਂ ਹਰ ਜੂ ਬਸੈ, ਇਹ ਅਵਸਥਾ ਪ੍ਰਾਪਤ ਕਰ ਲਈ ਹੈ, ਉਹ ਜੀਵ ਸੋਭਾ ਵਾਲਾ ਹੁੰਦਾ ਹੈ। ਸਗਲ ਸੰਸਾਰ ਉਧਰੈ ਤਿਨ ਮੰਤ। ਸੋ ਉਸ ਗੁਰਮੁਖ ਦੇ ਮੰਤ ਉਪਦੇਸ਼ ਦੁਆਰਾ, ਉਹਦੀ ਸਿੱਖਿਆ ਦੁਆਰਾ ਸਾਰਾ ਜਗਤ ਹੀ ਉਧਰਦਾ ਵਿਕਾਰਾਂ ਤੋਂ ਬਚਦਾ ਹੈ। ਪ੍ਰਭ ਕੇ ਸੇਵਕ ਸਗਲ ਉਧਾਰਨ। ਪ੍ਰਭੂ ਦੇ ਸੇਵਕਾਂ ਦਾ ਸੁਭਾਅ ਜਿਹੜਾ ਵੀ ਉਹਨਾਂ ਦੇ ਪਾਸ ਆਉਂਦਾ ਹੈ ਉਹ ਸਾਰਿਆਂ ਨੂੰ ਬਚਾਉਂਦੇ ਹੀ ਹਨ, ਵਿਕਾਰਾਂ ਤੋਂ, ਜੰਮਣ ਮਰਨ ਆਦਿਕ ਤੋਂ ਉਧਾਰ ਕਰਦੇ ਨੇ। ਪ੍ਰਭ ਕੇ ਸੇਵਕ ਦੂਖ ਵਿਸਾਰਨ। ਪ੍ਰਭੂ ਦੇ ਸੇਵਕਾਂ ਦਾ ਇਹ ਬਿਰਧ ਹੈ ਸੁਭਾਅ, ਉਹ ਦੁੱਖ ਵਿਸਾਰਦੇ ਨੇ, ਦੁੱਖ ਦੂਰ ਕਰਦੇ ਨੇ। ਆਪੇ ਮੇਲ ਲੈ ਕਿਰਪਾਲ। ਆਪ ਹੀ ਇਹ ਕਿਰਪਾਲੂ ਅਕਾਲ ਪੁਰਖ ਪਰਮਾਤਮਾ ਨੇ ਮੇਲ ਲਏ ਹੋਏ ਨੇ। ਇੱਕ ਬਚਨ ਕੀਤਾ ਮਹਾਂਪੁਰਸ਼ਾਂ ਨੇ ਸੁਣਾਇਆ, ਦਾਸ ਨੂੰ ਯਾਦ ਆ ਗਿਆ। ਕੋਈ ਰਾਜਾ ਤੇ ਵਜ਼ੀਰ ਤੁਰੇ ਜਾਂਦੇ ਸੀ ਤੇ ਰਸਤੇ 'ਚ ਕੋਈ ਸੰਤ ਸੀ। ਵਜ਼ੀਰ ਉਹਨਾਂ ਦੀ ਮਹਿਮਾ ਨੂੰ ਜਾਣਦਾ ਸੀ। ਵਜ਼ੀਰ ਉਹਨਾਂ ਵੱਲੋਂ ਚਲਾ ਗਿਆ ਨਮਸਕਾਰ ਕਰਨ ਵਾਸਤੇ। ਤਾਂ ਉਸ ਰਾਜੇ ਬਾਦਸ਼ਾਹ ਨੇ ਕਿਹਾ ਵੀ ਤੂੰ ਇੰਝ ਕਿਉਂ ਕੀਤਾ? ਕਹਿਣ ਲੱਗਾ ਇਹਦਾ ਵੀ ਫਲ ਹੁੰਦਾ ਹੈ, ਸੋ ਇਹ ਜ਼ਰੂਰੀ ਹੈ, ਜਿਹੜਾ ਰੱਬ ਦਾ ਭਗਤ ਆ ਉਹਨੂੰ ਨਮਸਕਾਰ ਕਰਨੀ ਚਾਹੀਦੀ। ਤਾਂ ਫਿਰ ਕੀ ਹੋਇਆ, ਜਦੋਂ ਵਾਪਸ ਆਏ ਉਹ ਸੈਰ ਸਪਾਟਾ ਕਰਕੇ ਜਾਂ ਸ਼ਿਕਾਰ ਖੇਡ ਕੇ ਤੇ ਰਾਤ ਨੂੰ ਸੁੱਤੇ, ਤੇ ਜਿਹੜੀ ਉਹਦੀ ਰਾਣੀ ਸੀ ਨਾ ਰਾਜੇ ਦੀ, ਉਸ ਦੇ ਕੋਲ ਦੀ ਧੀ ਸੁੱਤੀ ਪਈ ਸੀ, ਉਹ ਬਰੜਾਉਂਦੀ ਸੀ, ਕੁਛ ਸੁੱਤੀ ਪਈ ਕੋਈ ਬੋਲੀ ਜਾਂਦੀ ਸੀ। ਤੇ ਉਹਨੇ ਰਾਜੇ ਨੂੰ ਕਹਿ ਦਿੱਤਾ ਵੀ ਲੜਕੀ ਮੇਰੇ ਨਾਲ ਸੁੱਤੀ ਸੀ, ਉਹਨੇ ਸੁੱਤਿਆਂ ਪਿਆਂ ਬੋਲ ਕੇ ਕੁਛ ਵਚਨ ਕੀਤਾ, ਜਿਹੜਾ ਰਾਜੇ ਦਾ ਪੁੱਤ ਹੈ ਨਾ ਉਹ ਮੈਲੀ ਅੱਖ ਰੱਖਦਾ ਸਾਡੀ ਧੀ 'ਤੇ। ਉਹਦੇ ਬਾਦਸ਼ਾਹ ਦੇ ਕੰਨ 'ਚ ਇਹ ਗੱਲ ਪਾਈ ਜਿਸ ਵੇਲੇ, ਤੇ ਉਹ ਬਾਦਸ਼ਾਹ ਬੜਾ ਖਫਾ ਹੋ ਗਿਆ। ਉਹਨੇ ਉਸੇ ਵੇਲੇ ਫਰਮਾਨ ਜਾਰੀ ਕਰਤਾ ਭਈ ਵਜ਼ੀਰ ਨੂੰ ਵੀ ਸਵੇਰੇ ਪਕੜ ਲਵੋ, ਉਹਦੇ ਪੁੱਤ ਨੂੰ ਵੀ, ਤੇ ਉਹਦਾ ਸਾਰਾ ਪਰਿਵਾਰ ਕੈਦ ਕਰ ਲਓ, ਤੇ ਫਿਰ ਸਾਰਿਆਂ ਨੂੰ ਉਡਾ ਦਿਓ, ਮਾਰ ਦਿਓ, ਜਾਨੋਂ ਮਾਰ ਦਿਓ। ਤੇ ਉਹ ਵਜ਼ੀਰ ਕੁਦਰਤੀ ਸਵੇਰੇ ਫਿਰ ਚਲਾ ਗਿਆ ਉਸ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ, ਨਮਸਕਾਰ ਕੀਤੀ। ਤੇ ਉਸ ਮਹਾਤਮਾ ਨੇ ਦੱਸਤਾ ਪਹਿਲਾਂ ਹੀ, ਕਹਿਣ ਲੱਗਾ ਬਈ ਅੱਜ ਸਾਰੇ ਪਰਿਵਾਰ ਨੂੰ ਤੁਹਾਨੂੰ ਪਕੜ ਕੇ ਮਾਰ ਦੇਣਾ, ਆਪਣਾ ਬਚਾਅ ਕਰੋ। ਇੰਝ ਕਰੋ ਜਿੱਥੇ ਰਾਜੇ ਦਾ ਤੋਸ਼ਾਖਾਨਾ ਨਾ ਉੱਥੇ ਆਪਣੇ ਲੜਕੇ ਨੂੰ ਸੰਦੂਕ 'ਚ ਬੰਦ ਕਰ ਦੇ, ਆਪ ਵੀ ਲੁਕ ਜਾ ਤੇ ਆਪਣੀ ਔਲਾਦ ਨੂੰ ਵੀ, ਬੱਚਿਆਂ ਸਾਰਿਆਂ ਨੂੰ ਲੁਕਾ ਦੇ, ਫਿਰ ਬਚਾਅ ਹੋ ਜਾਏਗਾ। ਇੰਝ ਕੀਤਾ ਗਿਆ। ਫਿਰ ਬਾਅਦ ਵਿੱਚ ਦਿਨੇ ਲੜਕੀ ਨੂੰ ਪੁੱਛਿਆ ਰਾਣੀ ਨੇ ਵੀ ਤੂੰ ਰਾਤ ਸੁੱਤੀ ਪਈ ਇੰਝ ਗੱਲਾਂ ਕਰਦੀ ਸੀ? ਉਹ ਕਹਿਣ ਲੱਗੀ ਮੈਨੂੰ ਤਾਂ ਕੁਛ ਵੀ ਨਹੀਂ ਪਤਾ ਇਸ ਗੱਲ ਦਾ। ਵਜ਼ੀਰ ਦੇ ਲੜਕੇ ਨੇ ਤਾਂ ਮੈਨੂੰ ਕਦੇ ਕੁਛ ਨਹੀਂ ਕਿਹਾ, ਕੋਈ ਭੈੜਾ ਬਚਨ ਨਹੀਂ ਬੋਲਿਆ, ਕੋਈ ਕਿਸੇ ਤਰ੍ਹਾਂ ਦੀ ਵਧੀਕੀ ਨਹੀਂ ਕੀਤੀ। ਤਾਂ ਉਹਨੇ ਫਿਰ ਰਾਜੇ ਨੂੰ ਜਾ ਕੇ ਦੱਸਿਆ ਰਾਣੀ ਨੇ। ਤਾਂ ਉਸ ਵੇਲੇ ਰਾਜਾ ਕਹਿਣ ਲੱਗਾ ਉਹ ਮੇਰੇ ਕੋਲੋਂ ਤਾਂ ਪਾਪ ਹੋ ਚੱਲਿਆ ਸੀ, ਤੂੰ ਹੀ ਕਹਿੰਦੀ ਸੀ ਵੀ ਲੜਕੀ ਇੰਝ ਕਹਿੰਦੀ ਨਹੀਂ, ਉਹ ਸੁੱਤੀ ਪਈ ਬਰੜਾਉਂਦੀ ਸੀ। ਉਹ ਕਹਿੰਦੀ ਮੈਨੂੰ ਵਾਸਤਵਿਕ ਰੂਪ ਵਿੱਚ ਤਾਂ ਕੁਛ ਨਹੀਂ ਪਤਾ ਇਸ ਗੱਲ ਦਾ ਕਿ ਮੈਂ ਕੁਝ ਬੋਲਿਆ ਜਾਂ ਵਜ਼ੀਰ ਦੇ ਲੜਕੇ ਨੇ ਕੁਛ ਕਿਹਾ ਹੋਵੇ। ਤੇ ਫਿਰ ਇਸ ਪ੍ਰਕਾਰ ਫਿਰ ਉਹਨੇ ਢੰਡੋਰਾ ਪਿੱਟ ਕੇ ਵਜ਼ੀਰ ਨੂੰ ਲੱਭਿਆ ਵੀ ਮੈਂ ਤਾਂ ਉਹਨੂੰ ਇਨਾਮ ਦੇਣਾ ਚਾਹੁੰਦਾ ਔਰ ਉਹਦੇ ਕੋਲੋਂ ਮਾਫੀ ਮੰਗਣਾ ਚਾਹੁੰਦਾ। ਤਾਂ ਫਿਰ ਇਸ ਤਰ੍ਹਾਂ ਵਜ਼ੀਰ ਨੂੰ ਲੱਭਿਆ ਤੇ ਫਿਰ ਉਹਨੇ ਦੱਸਿਆ ਸੀ ਕਿ ਉਸ ਮਹਾਤਮਾ ਦੇ ਦਰਸ਼ਨਾਂ ਦਾ, ਉਹਦੀ ਸੰਗਤ ਕਰਨ ਦਾ ਹੀ ਫਲ ਆ ਕਿ ਤੇਰੇ ਹੱਥੋਂ ਵੀ ਪਾਪ ਨਹੀਂ ਹੋਇਆ ਤੇ ਅਸੀਂ ਵੀ ਸਾਰਾ ਪਰਿਵਾਰ ਬਚ ਗਏ। ਇਸ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਭਨਾਂ ਦਾ ਭਲਾ ਹੀ ਕਰਦੇ ਨੇ, ਸਾਰਿਆਂ ਦਾ ਉਧਾਰ ਕਰਦੇ ਨੇ, ਦੁੱਖਾਂ ਨੂੰ ਵਿਸਾਰਨ ਵਾਲੇ, ਦੂਰ ਕਰਨ ਵਾਲੇ ਨੇ। ਆਪੇ ਮੇਲ ਲਏ ਕਿਰਪਾਲ। ਕਿਰਪਾਲੂ ਪਰਮਾਤਮਾ ਆਪ ਹੀ ਮੇਲ ਲੈਂਦਾ ਆਪਣੇ ਨਾਲ, ਉਹ ਮੇਲ ਲਏ ਹੋਏ ਨੇ। ਕਿਰਪਾਲੂ ਵਾਹਿਗੁਰੂ ਨੇ ਜਿਨ੍ਹਾਂ 'ਤੇ ਬਖਸ਼ਿਸ਼ ਕੀਤੀ ਹੈ, ਫਿਰ ਉਹਨਾਂ ਦਾ ਸਤਿਕਾਰ ਤਾਂ ਸਾਨੂੰ ਕਰਨਾ ਚਾਹੀਦਾ ਜਿਨ੍ਹਾਂ 'ਤੇ ਰੱਬ ਆਪ ਤੁੱਠਾ ਹੈ। ਅਤੇ ਗੁਰੂ ਦਾ ਸ਼ਬਦ ਜਪ ਜਪ ਕੇ ਉਹ ਨਿਹਾਲ ਹੋਏ ਹੋਏ ਨੇ, ਦੁੱਖਾਂ ਤੋਂ ਰਹਿਤ ਹੋ ਗਏ ਹਨ, ਬਹੁਤ ਉੱਚੀ ਅਵਸਥਾ 'ਚ ਪਹੁੰਚ ਗਏ ਹਨ। ਉਹਨਾਂ ਕੀ ਸੇਵਾ ਸੋਈ ਲੱਗ। ਉਹਨਾਂ ਸਤਿਪੁਰਸ਼ਾਂ, ਉਹਨਾਂ ਸੰਤ ਜਨਾਂ ਦੀ ਸੇਵਾ 'ਚ ਉਹੀ ਜੀਵ ਲੱਗਦਾ ਹੈ ਜਿਸ ਨੂੰ ਕਿਰਪਾ ਕਰਹਿ ਬੜ ਭਾਗੈ।
ਸੋ ਇਸ ਪ੍ਰਕਾਰ ਸੰਤ ਕਾ ਸੰਗ ਵਡਭਾਗੀ ਪਾਈ ਹੈ। ਉਹਨਾਂ ਦੀ ਸੇਵਾ 'ਚ ਉਹੀ ਲੱਗਦਾ ਜਿਸ ਵਡਭਾਗੀ ਉੱਪਰ ਪਰਮਾਤਮਾ ਕਿਰਪਾ ਕਰਦਾ। ਉਹਦੇ ਵੱਡੇ ਭਾਗ ਹੋਣਗੇ ਨਾ ਪੂਰਬਲੇ ਕਰਮਾਂ ਮੁਤਾਬਕ, ਤਾਂ ਹੀ ਵਾਹਿਗੁਰੂ ਜੀ ਕਿਰਪਾ ਕਰਦੇ ਹਨ। ਨਾਮ ਜਪਤ ਪਾਵਹਿ ਬਿਸਰਾਮ। ਵਾਹਿਗੁਰੂ ਦੇ ਨਾਮ ਨੂੰ ਜਪਦੇ ਹੋਏ ਜਿਹੜੇ ਸੰਤ ਲੋਕ ਭਗਤ ਨੇ, ਉਹ ਮਾਨਸਿਕ ਤੌਰ 'ਤੇ ਵਿਸ਼ਰਾਮ ਟਿਕਾ ਪ੍ਰਾਪਤ ਕਰਦੇ ਹਨ, ਅਡੋਲਤਾ ਪ੍ਰਾਪਤ ਕਰਦੇ ਨੇ। ਨਾਨਕ ਤਿਨ ਪੁਰਖ ਕਉ ਊਤਮ ਕਰਮਾਨ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਪੁਰਖਾਂ ਨੂੰ ਸਾਰੀ ਦੁਨੀਆ ਤੋਂ ਉੱਤਮ ਕਰਕੇ, ਸ੍ਰੇਸ਼ਟ ਕਰਕੇ ਮੰਨ ਲਓ। ਸੋ ਰਾਜਿਆਂ ਮਹਾਰਾਜਿਆਂ ਨੂੰ ਵਡਿਆਈ ਲੋਕ ਦਿੰਦੇ ਆ ਵੀ ਬੜੇ ਮਹਾਨ ਨੇ, ਪਰ ਹਜ਼ੂਰ ਨਹੀਂ ਦਿੰਦੇ। ਹਜ਼ੂਰ ਕਹਿੰਦੇ ਨੇ ਉਹਨਾਂ ਪੁਰਖਾਂ ਨੂੰ ਉੱਤਮ ਕਰਕੇ ਮੰਨੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਕਿਸੇ ਰਾਜੇ ਦੀ ਉਪਮਾ ਵਡਿਆਈ ਨਹੀਂ ਆਏਗੀ। ਹਾਂ, ਜਿਨ੍ਹਾਂ ਨੇ ਰਾਜ ਭਾਗ ਹੁੰਦਿਆਂ ਪਰਮੇਸ਼ਰ ਨੂੰ ਜਪਿਆ, ਗਿਆਨਵਾਨ ਹੋਏ, ਰੁਕਮਾਂਗਦ ਜੀ, ਰਾਜਾ ਜਨਕ ਜੀ ਆਦਿਕ, ਉਹਨਾਂ ਦੀ ਵਡਿਆਈ ਜ਼ਰੂਰ ਆਉਂਦੀ ਹੈ ਗੁਰੂ ਮਹਾਰਾਜ 'ਚ। ਪਰ ਨਾਮ ਦੇ ਪ੍ਰਤਾਪ ਕਰਕੇ ਹੈ ਨਾ, ਉਹਨਾਂ ਬੰਦਗੀ ਕੀਤੀ ਹੈ, ਤਾਂ ਉਹਨਾਂ ਨੂੰ ਉੱਤਮ ਕਰਕੇ ਸਲਾਹਿਆ ਗਿਆ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਉਹ ਸੇਵਕ ਇੰਜ ਕਹਿੰਦਾ ਵੀ ਜੋ ਕੁਛ ਉਹ ਕਰਦਾ ਹੈ ਪ੍ਰਭੂ ਦੇ ਰੰਗ ਆਨੰਦ ਵਿੱਚ ਹੀ ਕਰਦਾ, ਪ੍ਰਭੂ ਦੇ ਪ੍ਰੇਮ ਵਿੱਚ ਹੀ ਉਹ ਜੋ ਕੁਛ ਕਰਦਾ ਹੈ। ਸਦਾ ਸਦਾ ਬਸੈ ਹਰ ਸੰਗ। ਸਦਾ ਸਦਾ ਵਾਸਤੇ ਉਹ ਪ੍ਰਮਾਤਮਾ ਦੇ ਸੰਗ ਸਾਥ ਹੀ ਵਸਦਾ ਹੈ। ਪ੍ਰਭੂ ਦੇ ਰੰਗ ਆਨੰਦ ਵਿੱਚ, ਪ੍ਰੇਮ ਵਿੱਚ ਜੀਵਨ ਬਤੀਤ ਕਰਦਿਆਂ ਜੋ ਕੁਛ ਕਰਦਾ ਉਹ ਕਰਦਾ, ਅਤੇ ਸਦਾ ਸਦਾ ਵਾਸਤੇ ਵਾਹਿਗੁਰੂ ਦੇ ਨਾਲ ਹੀ ਵਸਦਾ ਹੈ। ਅਤੇ ਹਜ਼ੂਰ ਕਹਿੰਦੇ ਸਹਿਜ ਸੁਭਾਏ ਹੋਵੈ ਸੋ ਹੋਏ। ਉਹਦੀ ਇਹ ਅਵਸਥਾ ਹੈ ਕਿ ਸਹਿਜ ਸੁਭਾਵਕ ਹੀ ਸੁਤੇ ਸਿੱਧੀ ਜੋ ਕੁਝ ਪਰਮਾਤਮਾ ਵੱਲੋਂ ਹੁੰਦਾ ਸੋ ਹੁੰਦਾ ਰਹੇ। ਯਾਨੀ ਕੋਈ ਐਸਾ ਖਿਆਲ ਨਹੀਂ ਕਰਦਾ ਇੰਜ ਨਾ ਹੋ ਜਾਏ, ਇੰਜ ਨਾ ਹੋ ਜਾਏ, ਇੰਜ ਕਿਉਂ ਹੋ ਗਿਆ। ਵਾਹਿਗੁਰੂ ਦੇ ਹੁਕਮ 'ਚ ਦਖਲਅੰਦਾਜ਼ੀ ਨਹੀਂ ਕਰਦਾ। ਸਹਿਜ ਮਾਨਸਿਕ ਅਡੋਲਤਾ ਵਿੱਚ, ਸੁਭਾਏ ਸ੍ਰੇਸ਼ਟ ਭਾਏ ਪ੍ਰੇਮ ਦੇ ਵਿੱਚ ਉਹ ਹੋ ਕੇ ਚੱਲਦਾ। ਅਤੇ ਉਹ ਕਹਿੰਦਾ ਹੋਵੈ ਸੋ ਹੋਏ। ਜੋ ਹੁੰਦਾ ਹੈ ਸੋ ਹੋਵੇ। ਕਰਨਾ ਹਾਰ ਪਛਾਣੈ ਸੋਏ। ਉਹ ਕਰਨਹਾਰ ਪਰਮਾਤਮਾ ਜੋ ਹੈ ਉਸ ਨੂੰ ਪਛਾਣ ਲੈਂਦਾ ਕਿ ਉਹਦੀ ਰਜਾ ਵਿੱਚ ਹੀ ਸਭ ਕੁਝ ਹੋ ਰਿਹਾ। ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਪ੍ਰਭੂ ਦਾ ਕੋਈ ਵੀ ਕਰਤੱਵ ਕੀਤਾ ਹੋਇਆ ਉਸ ਜਨ ਸੇਵਕ ਨੂੰ ਮਿੱਠਾ ਲੱਗ ਆਉਂਦਾ ਹੈ, ਯਾਨੀ ਕਿ ਪਿਆਰਾ ਲੱਗਦਾ ਹੈ। ਮੀਤ ਕਰੈ ਸੋਈ ਹਮ ਮੰਨਾ, ਮੀਤ ਕੇ ਕਰਤੱਵ ਕੁਸ਼ਲ ਸਮਾਨਾ। ਜੋ ਮਿੱਤਰ ਕਰਦਾ ਅਸੀਂ ਸਿਰ ਮੱਥੇ ਮੰਨਿਆ, ਕਿਉਂਕਿ ਮਿੱਤਰ ਦੇ ਜਿੰਨੇ ਕਰਤੱਵ ਹੁੰਦੇ ਨੇ ਉਹ ਸੁੱਖ ਦੇ ਸਮਾਨ ਹੀ ਹੁੰਦੇ, ਦੁੱਖ ਤਾਂ ਦਿੰਦਾ ਹੀ ਨਹੀਂ ਉਹ ਕਿਸੇ ਨੂੰ, ਉਹ ਤਾਂ ਮਿੱਤਰ ਹੈ ਸਾਡਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਹੋ ਜਿਹਾ ਹੈ ਤੈਸਾ ਦ੍ਰਿਸ਼ਟਾਨਾ, ਉਹੋ ਜਿਹਾ ਦ੍ਰਿਸ਼ਟੀ ਆ ਗਿਆ, ਦਿਖਾਈ ਦਿੱਤਾ ਹੈ, ਦ੍ਰਿਸ਼ਟੀ ਨਜ਼ਰ 'ਚ ਆ ਗਿਆ ਹੈ। ਜਿਸ ਤੇ ਉਪਜੇ ਤੇ ਸਮਾਏ ਸਮਾਏ। ਉਹ ਸੇਵਕ ਜਿਸ ਪਰਮਾਤਮਾ ਤੋਂ ਉਪਜੇ ਪੈਦਾ ਹੋਏ ਉਹਦੇ ਵਿੱਚ ਹੀ ਸਮਾ ਰਹਿੰਦੇ ਹਨ। ਉਹ ਇਹ ਸੁੱਖ ਨਿਧਾਨ ਉਹਨੂੰ ਬਣ ਆਏ। ਉਹ ਬਣ ਗਏ ਸੁੱਖਾਂ ਦੇ ਖਜ਼ਾਨੇ, ਅਤੇ ਉਹ ਸੁੱਖਾਂ ਦੇ ਖਜ਼ਾਨੇ ਉਹਨਾਂ ਨਾਲ ਹੀ ਇਹ ਸੁੱਖਾਂ ਦਾ ਖਜ਼ਾਨਾ ਬਣ ਆਉਂਦਾ। ਉਹ ਇਹ ਸੁੱਖ ਨਿਧਾਨ ਉਹਨੂੰ ਬਣਿਆ, ਜਿਹੜਾ ਉਹਨਾਂ ਨੂੰ ਸੁੱਖਾਂ ਦਾ ਨਿਧਾਨ ਖਜ਼ਾਨਾ ਪ੍ਰਾਪਤ ਹੋਇਆ ਉਹਨਾਂ ਨੂੰ ਵੀ ਬਣ ਆਉਂਦਾ ਹੈ। ਆਪਸ ਕੋ ਆਪ ਦੀਨੋ ਮਾਨ। ਜਿਹੜਾ ਪ੍ਰਮਾਤਮਾ ਨੇ ਆਪਣੇ ਭਗਤ ਨੂੰ, ਪਿਆਰਿਆਂ ਨੂੰ ਮਾਣ ਬਖਸ਼ਿਆ ਨਾ, ਮਾਨੂੰ ਆਪਣੇ ਆਪ ਨੂੰ ਆਪ ਹੀ ਮਾਣ ਦਿੱਤਾ, ਕਿਉਂਕਿ ਨਾਨਕ ਪ੍ਰਭ ਜਨ ਏਕੋ ਜਾਨ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਪ੍ਰਭੂ ਅਤੇ ਪ੍ਰਭੂ ਦਾ ਜਨ ਦੋਵਾਂ ਨੂੰ ਇੱਕੋ ਹੀ ਕਰਕੇ ਜਾਣ। ਦਸਮ ਪਾਤਸ਼ਾਹ ਨੇ ਕਿਹਾ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜੇ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਇਸੇ ਪ੍ਰਕਾਰ ਹੋਰ ਵੀ ਬਹੁਤ ਬਚਨ ਹਨ ਸਤਿਗੁਰੂ ਮਹਾਰਾਜ ਜੀ ਦੇ। ਸ਼ਲੋਕ 15ਵੀਂ ਅਸ਼ਟਪਦੀ ਆਰੰਭ ਕਰਦੇ ਹੋਏ ਸਤਿਗੁਰੂ ਮੁੱਢਲਾ ਸ਼ਲੋਕ ਉਚਾਰਦੇ ਨੇ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ। ਵਾਹਿਗੁਰੂ ਅਕਾਲ ਪੁਰਖ ਸਾਰੀਆਂ ਕਲਾ ਸ਼ਕਤੀਆਂ ਵਾਲਾ ਭਰਪੂਰ ਹੈ, ਲਬਾਲਬ ਭਰਿਆ ਹੋਇਆ। ਰਾਮਚੰਦਰ ਜੀ ਵਿੱਚ 14 ਕਲਾ ਮੰਨੀਆਂ ਗਈਆਂ, ਕ੍ਰਿਸ਼ਨ ਜੀ 16 ਕਲਾ ਮੰਨੀਆਂ ਗਈਆਂ, ਪਰ ਵਾਹਿਗੁਰੂ ਪਰਮਾਤਮਾ ਦੇ ਸਰਬ ਕਲਾ ਹੀ ਹੈ। ਕਲਾ ਤਾਂ ਬਣਾਈਆਂ ਹੀ ਉਸਨੇ ਜਿੰਨੀਆਂ ਵੀ ਹਨ, ਅਤੇ ਉਹ ਸਾਰੀਆਂ ਕਲਾ ਦਾ ਮਾਲਕ ਹੈ ਅਤੇ ਭਰਪੂਰ ਹੈ। ਸਾਰਿਆਂ ਥਾਵਾਂ 'ਤੇ ਸਮਾਇਆ ਹੋਇਆ ਪ੍ਰਭੂ ਵਾਹਿਗੁਰੂ ਅਤੇ ਬਿਰਥਾ ਜਾਣਨਹਾਰ। ਸਾਡੀ ਬਿਰਥਾ ਪੀੜਾ ਨੂੰ, ਸਾਡੀ ਹਾਲਤ ਨੂੰ ਵੀ ਜਾਣਨ ਵਾਲਾ। ਇਸ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ। ਇੱਕ ਤਾਂ ਉਹ ਜਾਣਦਾ ਵੀ ਆਪਣੇ ਆਪ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਨਾ। ਉਹ ਅੰਦਰ ਦੀਆਂ ਜਾਣਦਾ, ਸਾਡੀਆਂ ਲੋੜਾਂ ਨੂੰ ਜਾਣਦਾ, ਅਤੇ ਫਿਰ ਉਹ ਲੋੜਾਂ ਦੀ ਪੂਰਤੀ ਕਰਨ ਵਾਸਤੇ ਸਾਰੀਆਂ ਕਲਾ ਕਰਕੇ ਸਮਰੱਥ ਹੈ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਜਾ ਕੇ ਸਿਮਰਨ ਉਧਰੀ ਹੈ। ਜਿਸ ਪਰਮਾਤਮਾ ਦੇ ਸਿਮਰਨ ਦੁਆਰਾ ਉਧਰ ਜਾਈਦਾ ਹੈ, ਬਚ ਜਾਈਦਾ ਵਿਕਾਰਾਂ ਤੋਂ, ਦੁੱਖਾਂ ਤੋਂ, ਜੰਮਣ ਮਰਨ ਤੋਂ, ਜਮਾਂ ਤੋਂ।
ਨਾਨਕ ਤਿਸ ਬਲਿਹਾਰ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਕਰਕੇ ਐਸੇ ਪਰਮਾਤਮਾ ਤੋਂ ਬਲਿਹਾਰ ਕੁਰਬਾਨ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ ਹੈ। ਅਸ਼ਟਪਦੀ। ਟੁੱਟੀ ਗੰਢ ਨਹਾਰ ਗੋਪਾਲ। ਜਿਹੜੀ ਟੁੱਟੀ ਹੋਈ ਤਾਰ ਆ ਨਾ ਸਾਡੀ ਵਾਹਿਗੁਰੂ ਵੱਲੋਂ, ਉਸ ਤਾਰ ਨੂੰ ਗੰਢਣ ਵਾਲਾ ਸ੍ਰਿਸ਼ਟੀ ਦਾ ਪਾਲਕ ਵਾਹਿਗੁਰੂ ਪਰਮਾਤਮਾ। ਗੱਗੇ ਨੂੰ ਔਂਕੜ ਵੀ ਆ ਅਤੇ ਹੋੜਾ ਵੀ ਹੈ। ਉਂਝ ਬੋਲਣਾ ਗੋਪਾਲ ਸਿੱਧਾ, ਪਰ ਉਹ ਗੱਗੇ ਨੂੰ ਜਿਹੜਾ ਹੋੜਾ ਹੈ ਉਹਦਾ ਮਤਲਬ ਵੀ ਅਸਲੇ ਸ਼ਬਦ ਗੋਪਾਲ ਹੈ, ਯਾਨੀ ਅਰਥ ਗੋਪਾਲ ਦੇ ਹਨ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਹੜਾ ਗੋਪਾਲ ਹੈ ਨਾ ਵਾਹਿਗੁਰੂ ਸ੍ਰਿਸ਼ਟੀ ਨੂੰ ਪਾਲਣ ਵਾਲਾ, ਉਹ ਟੁੱਟੀ ਹੋਈ ਤਾਰ ਨੂੰ, ਪ੍ਰੀਤ ਨੂੰ ਗੰਢਣ ਵਾਲਾ ਬਖਸ਼ਿਸ਼ ਕਰਕੇ। ਜੇ ਸਾਡੀ ਤਾਰ ਟੁੱਟ ਗਈ ਹੈ, ਪ੍ਰੀਤ ਟੁੱਟ ਗਈ ਹੈ, ਅਤੇ ਗੰਢਣ ਦੀ ਸਮਰੱਥਾ ਉਹਦੇ ਪਾਸ, ਪਤਾ ਨਹੀਂ ਕਿਹੜੇ ਵੇਲੇ ਬਖਸ਼ਿਸ਼ ਕਰਕੇ ਗੰਢ ਲਵੇ। ਜਿਵੇਂ ਰਾਮਿਆਂ ਨੇ ਪਿੰਡ 'ਚ ਮਾਝੇ ਦੀਆਂ ਪੰਚਾਇਤਾਂ ਨੇ ਜਾ ਕੇ ਦਸਮ ਪਾਤਸ਼ਾਹ ਨੂੰ ਕਿਹਾ ਸੀ ਵੀ ਅਸੀਂ ਤਾਂ ਤੁਹਾਡੇ ਨਾਲ ਨਿਭ ਸਕਦੇ ਹਾਂ ਜੇ ਤੁਸੀਂ ਔਰੰਗਜ਼ੇਬ ਨਾਲ ਸਮਝੌਤਾ ਕਰ ਲਓ, ਅਸੀਂ ਸਿਆਣੇ ਬੰਦੇ ਵਿੱਚ ਪਾ ਕੇ ਤੁਹਾਡਾ ਸਮਝੌਤਾ ਕਰਾ ਦੇਣਾ। ਹਜ਼ੂਰ ਨੇ ਕਿਹਾ ਸੀ ਪੰਚਮ ਪਾਤਸ਼ਾਹ ਦੀ ਸ਼ਹਾਦਤ ਵੇਲੇ, ਤਾਂ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਤੁਸੀਂ ਕਿੱਥੇ ਗਏ ਸੀ ਸਮਝੌਤੇ ਕਰਾਉਣ ਵਾਲੇ। ਸੋ ਜ਼ੁਲਮ ਦੇ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ। ਕਹਿਣ ਲੱਗੇ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਮਹਾਰਾਜ ਕਹਿਣ ਲੱਗੇ ਅਜਿਹੇ ਲੋਕਾਂ ਦੇ ਸਾਥ ਦੀ ਮੈਨੂੰ ਲੋੜ ਵੀ ਨਹੀਂ, ਤੁਸੀਂ ਗੁਰੂ ਹੋ ਕਿ ਸਿੱਖ ਹੋ। ਕਹਿਣ ਲੱਗੇ ਜੀ ਫਿਰ ਅਸੀਂ ਸਾਥ ਨਹੀਂ ਦੇ ਸਕਦੇ। ਹਜ਼ੂਰ ਕਹਿੰਦੇ ਲਿਖ ਕੇ ਦੇ ਜਿਓ, ਔਰ ਉਹਨਾਂ ਲਿਖ ਕੇ ਦੇ ਦਿੱਤਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਫਿਰ ਜਦੋਂ ਵਾਪਸ ਪਰਤ ਰਹੇ ਸੀ ਅਤੇ ਭਾਈ ਮਹਾਂ ਸਿੰਘ ਨੇ ਉਸ ਵੇਲੇ ਵੰਗਾਰ ਪਾਈ ਸੀ, ਲਕੀਰ ਖਿੱਚਦੀ ਸੀ ਕਿ ਇਸ ਵੇਲੇ ਸਤਿਗੁਰਾਂ ਦੇ ਪਿੱਛੇ ਵਜ਼ੀਰ ਖਾਂ ਚੜ੍ਹਿਆ ਆ ਰਿਹਾ ਫੌਜ ਲੈ ਕੇ, ਅਤੇ ਐਸੇ ਸਮੇਂ ਸਤਿਗੁਰਾਂ ਦਾ ਸਾਥ ਛੱਡ ਕੇ ਚਲੇ ਜਾਣਾ ਇਹ ਮਨਮੁਖਤਾਈ ਹੈ। ਤੁਸੀਂ ਜਿਹੜਾ ਬਦਾਵਾ ਲਿਖ ਕੇ ਦੇ ਹੋ ਮਾਝੇ ਦੇ ਮੁਖੀ ਲੋਕ ਤੁਸੀਂ ਪੰਚਾਇਤਾਂ, ਇਹ ਬੜਾ ਬੁਰਾ ਕੀਤਾ। ਤਾਂ ਫਿਰ ਉਹਨਾਂ ਜੋ 40 ਨਿਤਰੇ ਸੀ ਬੀਬੀ ਭਾਗ ਕੌਰ ਸਮੇਤ, ਤਾਂ ਫਿਰ ਜਾ ਕੇ ਸ਼ਹਾਦਤਾਂ ਪਾਈਆਂ। ਭਾਈ ਮਹਾਂ ਸਿੰਘ ਜੀ ਸਹਿਗਦੇ ਸੀ, ਤਾਂ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਟਿੱਬੀ ਸਾਹਿਬ ਵਾਲਾ ਜਿਹੜਾ ਸਥਾਨ ਆ ਉੱਥੋਂ ਆਏ ਸਨ। ਵਜ਼ੀਰ ਖਾਂ ਪਾਣੀ ਦੇ ਦੁੱਖੋਂ ਵਾਪਸ ਮੁੜ ਗਿਆ ਸੀ, ਅਤੇ ਇਹ ਜਿਹੜੇ ਸਿੰਘ ਜਿਹਨਾਂ ਮੁਕਾਬਲਾ ਕੀਤਾ ਸੀ ਭਾਈ ਮਹਾਂ ਸਿੰਘ ਦੇ ਮੁਖੀ ਸੀ, ਔਰ ਉਹਨਾਂ ਦਾ ਸੀਸ ਆਪਣੀ ਗੋਦ 'ਚ ਲੈ ਕੇ ਗਿਆ ਸੀ, ਮਹਾਂ ਸਿੰਘਾ ਮੰਗ ਜੋ ਮੰਗਣਾ, ਦੱਸ ਇਸ ਲੋਕ ਦਾ ਰਾਜ ਚਾਹੀਦਾ ਕਿ ਪਰਲੋਕ ਦਾ ਰਾਜ ਚਾਹੀਦਾ। ਤਾਂ ਕਿਹਾ ਸੀ ਮਹਾਰਾਜ ਜੇ ਤੁੱਠੇ ਹੋ ਤਾਂ ਉਹ ਬਦਾਵੇ ਵਾਲਾ ਕਾਗਜ਼ ਪਾੜ ਦਿਓ। ਤਾਂ ਹਜ਼ੂਰ ਨੇ ਕਿਹਾ ਸੀ ਜਿਹੜੇ ਤੋੜ ਗਏ, ਜਿਨ੍ਹਾਂ ਦੀ ਟੁੱਟ ਗਈ ਤੂੰ ਆਪਣੀ ਗੱਲ ਕਰ। ਕਹਿਣ ਲੱਗਾ ਨਹੀਂ ਮਹਾਰਾਜ ਜੇ ਤੁੱਠੇ ਹੋ ਤਾਂ ਮਾਝੇ ਵਾਲਿਆਂ ਦੀ ਸਿੱਖੀ ਫਿਰ ਗੰਢ ਲਓ, ਜਿਹੜੀ ਗੁਰੂ ਨਾਲੋਂ ਸਿੱਖੀ ਟੁੱਟ ਗਈ ਹੈ ਨਾ ਉਹਨੂੰ ਫਿਰ ਗੰਢ ਲਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਧੰਨ ਸਿੱਖੀ ਧੰਨ ਮਹਾਂ ਸਿੰਘਾ। ਤਾਂ ਫਿਰ ਕਾਗਜ਼ ਕੱਢ ਕੇ ਉਹਦੀਆਂ ਅੱਖਾਂ ਦੇ ਸਾਹਮਣੇ ਪਾੜਿਆ। ਕਹਿਣ ਲੱਗੇ ਲੈ ਹੁਣ ਮਾਝੇ ਵਿੱਚ ਬੜੇ ਸਦਕੀ ਸਿੱਖ ਹੋਇਆ ਕਰਨਗੇ, ਨਹੀਂ ਤਾਂ ਸਿੱਖੀ ਦਾ ਸੰਬੰਧ ਟੁੱਟ ਗਿਆ ਸੀ ਗੁਰੂ ਘਰ ਨਾਲੋਂ, ਤੂੰ ਜੋੜ ਦਿੱਤਾ। ਇੰਝ ਟੁੱਟੀ ਗੰਢ ਨਹਾਰ ਗੋਪਾਲ। ਸੱਚੇ ਪਾਤਸ਼ਾਹ ਟੁੱਟੀਆਂ ਪ੍ਰੀਤਾਂ ਨੂੰ ਗੰਢਣ ਵਾਲੇ ਹਨ। ਸਰਬ ਜੀ ਆਪੇ ਪ੍ਰਤਪਾਲ। ਸਾਰਿਆਂ ਜੀਆਂ ਦੀ ਆਪਣੇ ਆਪ ਖੁਦ ਪ੍ਰਤਪਾਲਾ ਕਰਨ ਵਾਲੇ ਹਨ ਸੱਚੇ ਪਾਤਸ਼ਾਹ। ਸਗਲ ਕੀ ਚਿੰਤਾ ਜਿਸ ਮਨ ਮਾਏ। ਅਸੀਂ ਜਿਹੜੀ ਚਿੰਤਾ ਚੱਕਦੇ ਹਾਂ ਹੰਕਾਰ ਕਰਕੇ ਵੀ ਸ਼ਾਇਦ ਅਸੀਂ ਪਰਵਰਿਸ਼ ਪਰਿਵਾਰ ਦੀ ਕਰ ਰਹੇ ਹਾਂ, ਆਪਣੇ ਆਪ ਨੂੰ ਅਸੀਂ ਸੰਭਾਲ ਰਹੇ ਹਾਂ, ਨਹੀਂ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ। ਜਿਹਨੇ ਸਾਨੂੰ ਪੈਦਾ ਕੀਤਾ ਉਹ ਪ੍ਰਮਾਤਮਾ ਨੂੰ ਚਿੰਤਾ ਹੈ ਸਾਡੀ। ਸਾਰਿਆਂ ਦੀ ਚਿੰਤਾ, ਰੋਜੀ ਰੋਟੀ ਦੀ, ਪ੍ਰਤਪਾਲਾ ਦੀ, ਪਰਵਰਿਸ਼ ਦੀ, ਦਾਤਾਂ ਦੇਣ ਦੀ, ਸਭ ਚਿੰਤਾ ਜਿਸ ਪ੍ਰਮਾਤਮਾ ਦੇ ਆਪਣੇ ਮਨ ਅੰਦਰ ਹੈ। ਤਿਸ ਤੇ ਬਿਰਥਾ ਕੋਈ ਨਾ ਹੈ। ਉਸ ਪ੍ਰਮਾਤਮਾ ਦੇ ਦਰ 'ਤੇ ਆਇਆ ਕੋਈ ਖਾਲੀ ਹੱਥ ਨਹੀਂ ਮੁੜਦਾ ਹੈ। ਰੇ ਮਨ ਮੇਰੇ ਸਦਾ ਹਰ ਜਾਪ। ਹੇ ਮੇਰੇ ਮਨਾ ਸਦਾ ਹਰੀ ਅਕਾਲ ਪੁਰਖ ਦਾ ਜਾਪ ਕਰਿਆ ਕਰ, ਵਾਹਿਗੁਰੂ ਨੂੰ ਸਿਮਰਿਆ ਕਰ। ਜਾਪ ਜਾਣ। ਹੇ ਮੇਰੇ ਮਨਾ ਸਦਾ ਵਾਸਤੇ ਸਾਰੇ ਸਮਾਇਆ ਹੋਇਆ ਹਰੀ ਅਕਾਲ ਪੁਰਖ ਨੂੰ ਜਾਣ ਲੈ। ਅਬਿਨਾਸੀ ਪ੍ਰਭ ਆਪੇ ਆਪ। ਉਹ ਨਾਸ ਤੋਂ ਰਹਿਤ ਪ੍ਰਭੂ, ਆਪਣੇ ਆਪ ਤੋਂ ਆਪ ਰੂਪ ਹੈ। ਆਪ ਖੁਦ ਹੀ ਆਪ ਸਰੂਪ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਆਪਨ ਕੀਆ ਕਛੂ ਨਾ ਹੋਏ। ਆਪਣਾ ਖੁਦ ਦਾ ਕੀਤਿਆ ਹੋਇਆ ਕੁਛ ਵੀ ਨਹੀਂ ਹੁੰਦਾ। ਜੇ ਕਹੀਏ ਵੀ ਮੈਂ ਆਪਣੀ ਸ਼ਕਤੀ ਨਾਲ ਕੁਝ ਕਰ ਲਵਾਂ ਤਾਂ ਕੁਛ ਨਹੀਂ ਹੁੰਦਾ ਹੈ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚਾ ਜੇ ਕਰ ਸਕੀ। ਆਪਣਾ ਕੀਤਾ ਕਿਛੂ ਨਾ ਹੋਗਾ, ਜਿਉ ਹਰ ਭਾਵੈ ਤਿਉ ਰੱਖੀ ਹੈ। ਜੇ 100 ਪ੍ਰਾਣੀ ਲੋਚੈ ਕੋਏ। ਜੇ 100 ਵਾਰੀ ਇਹ ਪ੍ਰਾਣੀ ਲੋਚਦਾ ਹੋਵੇ, ਇੱਛਦਾ ਹੋਵੇ ਵੀ ਆਹ ਹੋ ਜੇ ਤੇ ਇੰਜ ਨਹੀਂ ਹੁੰਦਾ ਹੈ। ਤਿਸ ਬਿਨ ਨਾ ਹੀ ਤੇਰਾ ਕਿਛ ਕਾਮ। ਚੇਤੇ ਕਰ ਕੁਛ ਵੀ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਤੇਰੇ ਕੰਮ ਆਉਣ ਵਾਲਾ ਨਹੀਂ ਹੈ। ਗਤ ਨਾਨਕ ਜਪ ਏਕ ਹਰ ਨਾਮ। ਹੇ ਮੇਰੇ ਮਨਾ, ਹੇ ਸਿੱਖਾ, ਇੱਕ ਹਰੀ ਦੇ ਨਾਮ ਦਾ ਜਾਪ ਕਰਕੇ ਤੇਰੀ ਗਤ ਉੱਚੀ ਅਵਸਥਾ ਹੋਵੇਗੀ। ਵਿਕਾਰਾਂ ਦੁੱਖਾਂ ਆਦਿਕਾਂ ਤੋਂ ਉੱਪਰ ਉੱਠ ਜਾਏਗਾ। ਇਸੇ ਤਰ੍ਹਾਂ ਗਤ ਮੁਕਤੀ ਮਿਲ ਜਾਏਗੀ, ਛੁਟਕਾਰਾ ਹੋ ਜਾਏਗਾ।
ਰੂਪਵੰਤ ਹੋਏ ਨਾਹੀ ਮੋਹ ਹੈ। ਰੂਪਵੰਤ ਹੋ ਕੇ, ਸੋਹਣਾ ਹੋ ਕੇ ਤੇ ਕੋਈ ਪ੍ਰਮਾਤਮਾ ਨੂੰ ਮੋਹਿਤ ਨਹੀਂ ਕਰ ਸਕਦਾ ਆਪਣੇ ਸਰੂਪ ਤੇ। ਵੀ ਅਸੀਂ ਸੋਹਣੇ ਆ ਤੇ ਤਾਂ ਪ੍ਰਮਾਤਮਾ ਸਾਡੇ ਤੇ ਰੀਝ ਪਵੇਗਾ, ਪ੍ਰਸੰਨ ਹੋ ਜਾਏਗਾ, ਸਾਡੇ ਨਾਲ ਲਗਾ ਕਰੇਗਾ, ਅਸੀਂ ਸੋਹਣੇ ਆ। ਨਹੀਂ, ਇਹ ਰੂਪ ਵੀ ਤਾਂ ਉਸੇ ਨੇ ਬਣਾਏ ਹੋਏ ਨੇ। ਪ੍ਰਭ ਕੀ ਜੋਤ ਸਗਲ ਘੜ ਸੋ ਹੈ। ਜੇ ਸੋਹਣੇ ਰੂਪ ਕਰਕੇ ਪ੍ਰਮਾਤਮਾ ਰੀਝਦਾ ਹੋਵੇ ਤੇ ਤਿੱਤਰਾਂ ਮੋਰਾਂ ਤੇ ਬੜਾ ਰੂਪ ਹੈ। ਮਹਾਰਾਜ ਕਹਿੰਦੇ ਨੇ ਪ੍ਰਭੂ ਦੀ ਜੋਤ ਹੀ ਸਾਰਿਆਂ ਘਟਾਂ ਵਿੱਚ ਸ਼ੋਭਾ ਪਾ ਰਹੀ। ਭਾਵੇਂ ਕੋਈ ਕੁਸੋਹਣਾ ਤੇ ਭਾਵੇਂ ਸੋਹਣਾ, ਭਾਵੇਂ ਸੁੰਦਰ ਹੈ ਤੇ ਸਰੂਪ ਉਹਦਾ ਤੇ ਭਾਵੇਂ ਕਰੂਪ ਹੈ, ਜੋਤ ਤਾਂ ਪ੍ਰਮਾਤਮਾ ਦੀ ਸਾਰਿਆਂ ਵਿੱਚ ਸ਼ੋਭਾ ਪਾ ਰਹੀ ਹੈ ਨਾ, ਸ਼ੋਭਤ ਹੋ ਰਹੀ ਹੈ। ਸੋ ਇਸ ਪ੍ਰਕਾਰ ਜਦੋਂ ਜੋਤ ਆਪਣੀ ਖਿੱਚ ਲੈਂਦਾ ਵਾਹਿਗੁਰੂ ਤੇ ਉਦੋਂ ਇਹ ਸਰੀਰ ਦੀ ਸੁੰਦਰਤਾ ਚਲੀ ਜਾਂਦੀ ਹੈ। ਉਹਦੀ ਜੋਤ ਕਰਕੇ ਸੁੰਦਰਤਾ ਨਾ। ਧਨਵੰਤਾ ਹੋਏ ਕਿਆ ਕੋ ਗਰਬ ਹੈ। ਜਿਹੜਾ ਵਾਹਿਗੁਰੂ ਵੱਲੋਂ ਮਿਲਿਆ ਹੋਇਆ ਧਨ ਹੈ ਉਹ ਜਮ੍ਹਾਂ ਹੋ ਜਾਏ ਮਨੁੱਖ ਕੋਲ ਤੇ ਧਨਾੜ ਬਣ ਕੇ ਕਿਆ ਕਿਸੇ ਨੇ ਗਰਬ ਕਰਨਾ, ਹੰਕਾਰ ਕਰਨਾ। ਉਹ ਧਨ ਤਾਂ ਰੱਬ ਦਾ ਦਿੱਤਾ ਹੋਇਆ, ਜਾਂ ਜਦੋਂ ਮਰਜ਼ੀ ਖੋਹ ਵੀ ਲਵੇਗਾ, ਸਰੀਰ ਹੀ ਬਿਨਸ ਜਾਏਗਾ, ਧਨ ਸਾਡੇ ਕੋਲ ਕਿੱਥੇ ਰਹੇਗਾ। ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ। ਕਿਆ ਕਿਸੇ ਨੇ ਗਰਬ ਤਕੱਬਰ ਕਰਨਾ ਬਾਈ, ਧਨਵਾਨ ਹੋ ਕੇ, ਜਦੋਂ ਸਭ ਕੁਛ ਤਿਸ ਪਰਮਾਤਮਾ ਦਾ ਹੀ ਦਰਬ ਧਨ ਦਿੱਤਾ ਹੋਇਆ ਹੈ। ਅਤ ਸੂਰਾ ਜੇ ਕਉ ਕਹਾਵੈ। ਜੇ ਸੂਰਮ ਗਤੀ ਬਲ ਸਰੀਰ ਵਿੱਚ ਹੈ, ਸ਼ਸਤਰ ਚਲਾਉਣੇ ਜਾਣਦਾ, ਦਲੇਰ ਬੜਾ, ਤੇ ਜੇ ਕੋਈ ਆਪਣੇ ਆਪ ਨੂੰ ਸੂਰਮਾ ਕਹਾਉਂਦਾ ਹੋਵੇ, ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੇ। ਵਾਹਿਗੁਰੂ ਦੀ ਚੇਤਨ ਸੱਤਾ ਰੂਪੀ ਕਲਾ ਸ਼ਕਤੀ ਤੋਂ ਬਗੈਰ ਦੱਸੋ ਕਿੱਧਰ ਨੂੰ ਦਹਾ ਕੇ ਦੌੜ ਕੇ ਜਾ ਸਕਦਾ। ਉਹਦੀ ਸ਼ਕਤੀ ਤੋਂ ਬਗੈਰ ਤਾਂ ਕੋਈ ਕੁਛ ਨਹੀਂ ਕਰ ਸਕਦਾ। ਜੇ ਕੋ ਹੋਏ ਬਹਿ ਦਾਤਾਰ। ਜੇ ਰੱਬ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਦਾਨ ਕਰਕੇ ਕੋਈ ਦਾਤਾਰ ਦਾਨੀ ਬਣ ਪਵੇ ਵੀ ਮੈਂ ਦਾਤਾ ਹਾਂ, ਤਿਸ ਦੇਨਹਾਰ ਜਾਣੈ ਗਵਾਰ। ਤਾਂ ਜਿਹੜਾ ਦੇਣਹਾਰ ਪ੍ਰਮਾਤਮਾ ਉਸ ਜੀਵ ਨੂੰ ਗਵਾਰ ਮੂਰਖ ਹੀ ਸਮਝਦਾ ਹੈ। ਇਹ ਦੇਣ ਵਾਲਾ ਮੈਂ ਆ, ਇਹ ਦਾਤਾਰ ਮੰਨ ਬੈਠਾ ਆਪਣੇ ਆਪ ਨੂੰ। ਇਸ ਕਰਕੇ ਗਵਾਰ ਮੂਰਖ ਹੈ। ਪ੍ਰਮਾਤਮਾ ਦੇ ਦਰ 'ਤੇ ਉਹਦਾ ਸਤਿਕਾਰ ਨਹੀਂ ਹੋ ਸਕਦਾ, ਕਿਉਂਕਿ ਆਪਣੇ ਆਪ ਨੂੰ ਦਾਤਾਰ ਮੰਨ ਬੈਠਾ ਹੈ। ਇਹੀ ਦਾਨ ਦੇ ਵਿੱਚ ਦੋਸ਼ ਹੈ ਵੀ ਜਦੋਂ ਮਨੁੱਖ ਦਾਨ ਕਰਦਾ ਨਾਲ ਹੰਕਾਰ ਕਰਦਾ ਵੀ ਮੈਂ ਦਿੱਤਾ। ਧਾਰਮਿਕ ਸਥਾਨਾਂ 'ਤੇ ਵੀ, ਗੁਰਦੁਆਰੇ ਸਾਹਿਬਾਨਾਂ ਵਿੱਚ ਵੀ ਕਈ ਥਾਵਾਂ 'ਤੇ ਲਿਸਟਾਂ ਲਿਖ ਕੇ ਪੱਥਰਾਂ 'ਤੇ ਲਿਖ ਲਾਇਆ ਦਾਨੀ ਸੱਜਣਾ ਦੀ ਸੂਚੀ। ਸੋ ਜੇ ਗੁਰੂ ਮਹਾਰਾਜ ਦੇ ਘਰ 'ਚ ਤੁਸੀਂ ਦੇਣ ਵਾਲੇ ਦਾਨੀ ਹੋ ਤੇ ਗੁਰੂ ਮਹਾਰਾਜ ਫਿਰ ਮੰਗਤੇ ਹੋਏ ਨਹੀਂ। ਦਾਨ ਮੰਗਤਿਆਂ, ਗਰੀਬਾਂ, ਲੋੜਵੰਦਾਂ ਨੂੰ ਦਿੱਤਾ ਜਾਂਦਾ। ਜਿਹੜਾ ਸਤਿਗੁਰੂ ਮਹਾਰਾਜ ਅੱਗੇ ਕੁਛ ਰੱਖਿਆ ਜਾਂਦਾ ਉਹ ਤੁਛ ਭੇਟਾ ਹੁੰਦੀ ਹੈ। ਔਰ ਇਸ ਪ੍ਰਕਾਰ ਧਾਰਮਿਕ ਸਥਾਨ 'ਤੇ ਗੁਰਦੁਆਰੇ ਸਾਹਿਬਾਨ 'ਚ ਪੱਖਾ ਵੀ ਭੇਟਾ ਕਰ ਦੋ ਤੇ ਉਹਦੇ ਜਿਹੜੇ ਵਿੰਗ ਹੁੰਦੇ ਆ, ਖੰਭੇ ਪੱਖੇ ਦੇ ਵਿੰਗ, ਉਹ ਪੰਖੜਾਂ 'ਤੇ ਨਾਮ ਲਿਖਾਏ ਹੁੰਦੇ ਸਾਰੇ ਪਰਿਵਾਰ ਦੇ, ਜਿਹੜੇ ਗੁਜ਼ਰ ਚੁੱਕੇ ਉਹਨਾਂ ਦੇ ਵੀ ਨਾਮ ਲਿਖਾ ਦਿੰਦੇ ਆ। ਇਸ ਪ੍ਰਕਾਰ ਇਉਂ ਦਾਤਾਰ ਬਣ ਬੈਠਾ ਮਨੁੱਖ ਜਿਹੜਾ ਐਸਾ ਹੈ, ਉਹਨੂੰ ਪਰਮਾਤਮਾ ਦੇਣਹਾਰ ਅਕਾਲ ਪੁਰਖ ਜਿਹੜਾ ਦਾਤਾਂ ਦੇਣ ਵਾਲਾ ਗਵਾਰ ਹੀ ਜਾਣਦਾ। ਜਿਸ ਗੁਰ ਪ੍ਰਸਾਦ ਟੂਟਾ ਹਉ ਰੋਗ। ਜਿਸ ਦੇ ਉੱਪਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਉਸ ਸਤਿਗੁਰਾਂ ਦੀ ਕਿਰਪਾ ਦੁਆਰਾ ਜਿਹਦਾ ਹੰਗਤਾ ਰੂਪੀ ਰੋਗ ਟੁੱਟ ਜਾਂਦਾ ਹੈ। ਨਾਨਕ ਸੋ ਜਨ ਸਦਾ ਰੋਗ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਕਿ ਉਹ ਜਨ ਪੁਰਖੋ ਸੇਵਕ, ਉਹ ਭਗਤ ਸਦਾ ਵਾਸਤੇ ਅਰੋਗ ਹੋ ਜਾਂਦਾ। ਉਹਨੂੰ ਕਰਤਾ ਭੁਗਤਾ ਹੰਗਤਾ ਮਮਤਾ ਆਦਿਕ ਜਿਹੜੇ ਰੋਗ ਨੇ ਨਾ, ਉਹ ਨਹੀਂ ਲੱਗਦੇ ਹਨ। ਜੋ ਮੰਦਰ ਕੋ ਥੰਮ ਹੈ ਥੰਮਨ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਕਿਸੇ ਮੰਦਰ ਮਕਾਨ ਦੀ ਛੱਤ ਨੂੰ ਟਿਕਾ ਕੇ ਰੱਖਣ ਵਾਸਤੇ ਜਿਹੜਾ ਥੰਮਾ ਹੈ ਉਹ ਥੰਮ ਕੇ ਰੱਖਦਾ। ਥੰਮਣ ਜਿਹੜਾ ਹੁੰਦਾ ਨਾ, ਥੰਮਾ ਕੱਢਿਆ ਹੋਇਆ, ਸੋ ਉਹ ਜਿਸ ਤਰ੍ਹਾਂ ਟਿਕਾ ਕੇ ਰੱਖਦੇ ਹਨ ਥੰਮ ਜਿਹੜੇ ਥੱਲੇ ਕੱਢੇ ਹੋਏ। ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਇਸੇ ਤਰ੍ਹਾਂ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਉਹ ਮਨ ਦੇ ਤਾਈਂ ਥੰਮ ਕੇ ਰੱਖਣ ਵਾਸਤੇ ਅਸਥੰਭੇ ਦਾ ਕੰਮ ਕਰਦਾ ਹੈ। ਭਾਵ ਮਨ ਨੂੰ ਟਿਕਾਉਣ ਵਾਸਤੇ ਸਤਿਗੁਰੂ ਦਾ ਸ਼ਬਦ ਹੀ ਮਹਾਨ ਹੈ। ਜਿਵੇਂ ਸੰਤ ਅਤਰ ਸਿੰਘ ਸਾਹਿਬ ਨੂੰ ਤੇ ਸੰਤ ਸੁੰਦਰ ਸਿੰਘ ਹੁਣਾਂ ਨੂੰ ਜਦੋਂ ਮਿਲਾਪ ਉਹਨਾਂ ਦਾ ਹੋਇਆ, ਦਮਦਮਾ ਸਾਹਿਬ 6 ਮਹੀਨੇ ਰਹੇ ਸੀ, ਮਹਾਂਪੁਰਸ਼ਾਂ ਨੇ ਕਥਾ ਸੁਣਾਈ ਸੀ। ਉਸ ਵੇਲੇ ਬਾਬਾ ਅਤਰ ਸਿੰਘ ਸਾਹਿਬ ਨੇ ਬਚਨ ਕੀਤਾ, ਭਾਈ ਗਿਆਨੀ ਸੁੰਦਰ ਸਿੰਘ ਜੀ, ਅਸੀਂ ਤਾਂ ਗੁਰੂ ਦੇ ਸ਼ਬਦ ਦੇ ਆਸਰੇ, ਵਾਹਿਗੁਰੂ ਮੰਤਰ ਦੇ ਆਸਰੇ ਆਪਣਾ ਮਨ ਟਿਕਾ ਕੇ ਰੱਖਦੇ ਹਾਂ। ਤੁਸੀਂ ਤਾਂ ਗਿਆਨਵਾਨ ਬਲੀ ਪੁਰਖ ਹੋ, ਤੁਸੀਂ ਤਾਂ ਗਿਆਨ ਦੇ ਆਸਰੇ ਮਨ ਟਿਕਾਇਆ ਹੋਵੇਗਾ। ਤਾਂ ਮਹਾਂਪੁਰਸ਼ ਕਹਿਣ ਲੱਗੇ ਜੀ, ਸਭ ਤੋਂ ਸ਼੍ਰੋਮਣੀ ਤਰੀਕਾ ਇਹ ਗੁਰਮੰਤਰ ਦਾ, ਗੁਰੂ ਦੇ ਸ਼ਬਦ ਦਾ ਹੀ ਹੈ। ਸੋ ਇਸ ਪ੍ਰਕਾਰ ਮਨ ਦੇ ਤਾਈਂ ਆਸਰਾ ਦੇਣ ਵਾਲਾ ਗੁਰੂ ਦਾ ਸ਼ਬਦ ਹੈ। ਜਿਉਂ ਪਾਖਾਨ ਨਾਵ ਚੜ੍ਹ ਤਰੈ। ਜਿਸ ਤਰ੍ਹਾਂ ਕੋਈ ਨਾਵ ਲੱਕੜ ਦੀ ਬੇੜੀ ਹੁੰਦੀ ਹੈ, ਉਸ ਦੇ ਉੱਪਰ ਪੱਥਰ ਵੀ ਰੱਖ ਦਿਓ ਤੇ ਲੱਕੜ ਦੀ ਬਦੌਲਤ ਉਹ ਵੀ ਤਰ ਜਾਂਦਾ। ਜਿਸ ਤਰ੍ਹਾਂ ਪਾਖਾਨ, ਪਾਸ਼ਾਨ ਸ਼ਬਦ ਤੋਂ ਬਣਿਆ, ਪਾਖਾਨ ਭਾਵ ਪੱਥਰ,
ਜਿਸ ਤਰ੍ਹਾਂ ਨਾਵ ਬੇੜੀ 'ਤੇ ਚੜ੍ਹ ਕੇ ਪੱਥਰ ਵੀ ਤਰ ਜਾਂਦਾ ਹੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਇਸੇ ਤਰ੍ਹਾਂ ਇਹ ਸਵਾਸਾਂ ਦਾ ਪੁਤਲਾ, ਇਹ ਪ੍ਰਾਣਾ ਧਾਰੀ ਜੀਵ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਲੱਗਣ ਕਰਕੇ ਸੰਸਾਰ ਤੋਂ ਤਰਦਾ। ਜਿਉ ਅੰਧਕਾਰ ਦੀਪਕ ਪ੍ਰਗਾਸ, ਜਿਸ ਤਰ੍ਹਾਂ ਕਈ ਸਾਲਾਂ ਵਰ੍ਹਿਆਂ ਤੋਂ ਅੰਧਕਾਰ ਕਿਸੇ ਕੋਠੇ ਅੰਦਰ ਹੋਵੇ ਤੇ ਦੀਪਕ ਦੀਵਾ ਬਾਲਦੀ ਤੇ ਪ੍ਰਕਾਸ਼ ਚਾਨਣ ਹੋ ਜਾਂਦਾ। ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਦਰਸ਼ਨ ਕਰਨ ਦੇ ਨਾਲ ਮਨ ਅੰਦਰ ਵਿਗਾਸ ਖੇੜਾ ਪ੍ਰਾਪਤ ਹੋ ਜਾਂਦਾ। ਅਨੇਕਾਂ ਮਹਾਤਮਾ ਗੁਰਮੁਖ ਪਿਆਰੇ ਦੱਸਦੇ ਨੇ, ਜਿਵੇਂ ਸੰਤ ਸੁੰਦਰ ਸਿੰਘ ਸਾਹਿਬ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਖੰਡਾਂ ਬ੍ਰਹਿਮੰਡਾਂ ਸਾਰੇ ਪਾਸੇ ਸਰੂਪ ਦਿਖਾਈ ਦਿੰਦਾ ਸੀ ਤੇ ਸੰਤ ਬਿਸ਼ਨ ਸਿੰਘ ਮਰਾਲੇ ਵਾਲੇ ਨੇ ਆਪਣੇ ਪੈਰ ਤਾਂ ਚੱਕ ਲਏ, ਕਹਿਣ ਲੱਗੇ ਰੱਖੀਏ ਕਿੱਥੇ, ਸਾਰੇ ਪਾਸੇ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਰਹੇ ਨੇ। ਤੇ ਗਿਆਨੀ ਸਿੰਘ ਜੀ ਆਪਣੀ ਬਿਰਤੀ ਨੂੰ ਸੰਕੋਚੋ, ਅੰਤਰਮ ਆਤਮਈ ਅੰਤਰਮੁਖ ਹੋ ਕੇ ਦਰਸ਼ਨ ਕਰੋ। ਤੁਸਾਂ ਦਾ ਸਤਿਗੁਰੂ ਨਾਨਕ ਦੇਵ ਜੀ ਨੂੰ ਖੰਡਾਂ ਬ੍ਰਹਿਮੰਡਾਂ ਸਾਰੇ ਪਾਸੇ ਪ੍ਰਗਟ ਕਰ ਲਿਆ, ਅਸੀਂ ਪੈਰ ਕਿੱਥੇ ਰੱਖੀਏ। ਸੋ ਇਸ ਪ੍ਰਕਾਰ ਹੀ ਜਿਹੜੇ ਸੰਤ ਗੁਰਬਚਨ ਸਿੰਘ ਜੀ ਸਨ, ਉਹਨਾਂ ਨੂੰ ਵੀ ਪਹਿਲਾਂ ਆਕਾਸ਼ ਦੇ ਵਿੱਚ ਅਨੇਕਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਹੜੇ ਸੀ ਉਹ ਘੁੰਮਦੇ ਮੂਰਤੀਆਂ ਅਨੇਕਾਂ ਦਿਖਾਈ ਦਿੱਤੀਆਂ। ਫਿਰ ਉਹਨਾਂ ਨੇ ਸੰਤ ਸੁੰਦਰ ਸਿੰਘ ਨੂੰ ਦੱਸਿਆ, ਪਹਿਲਾਂ ਤਾਂ ਟਾਲ ਗਏ, ਫਿਰ ਬਾਅਦ 'ਚ ਕਹਿਣ ਲੱਗੇ ਗੁਰੂ ਮਹਾਰਾਜ ਦਾ ਦਰਸ਼ਨ ਵੀ ਹੋਵੇਗਾ। ਫਿਰ ਸਤਿਗੁਰਾਂ ਦੇ ਦਰਸ਼ਨ ਹੋਣ ਲੱਗ ਪਏ। ਤਾਂ ਫਿਰ ਉਹ ਜਿਹੜਾ ਦਰਸ਼ਨਾਂ ਦਾ ਵਿਗਾਸ ਖੇੜਾ ਸੀ, ਉਹ ਕਹਿੰਦੇ ਜ਼ਬਾਨ ਨਾਲ ਦੱਸਿਆ ਨਹੀਂ ਜਾ ਸਕਦਾ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਜਦੋਂ ਪਹਿਲੀ ਵਾਰ ਦਰਸ਼ਨ ਹੋਇਆ, ਕਹਿੰਦੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਸੀ, ਫੈਲ ਗਿਆ ਸੀ ਸਰਗੋਧੇ ਵਿਖੇ ਜਦੋਂ ਰਹਿੰਦੇ ਸਨ ਉਹ। ਅਤੇ ਇਸ ਪ੍ਰਕਾਰ ਇਹਨਾਂ ਆਨੰਦ, ਗਾੜਾ ਆਨੰਦ, ਪਰਮ ਆਨੰਦ ਪ੍ਰਾਪਤ ਹੋਇਆ ਸੀ, ਉਹ ਜ਼ਬਾਨ ਨਾਲ ਦੱਸਿਆ ਨਹੀਂ ਜਾ ਸਕਦਾ। ਜਿਉ ਮਹਾਂ ਉਦਿਆਨ ਮਹਿ ਮਾਰਗ ਪਾਵੈ, ਜਿਵੇਂ ਮਹਾਨ ਉਦਿਆਨ ਬੀਆਬਾਨ ਜੰਗਲ ਵਿੱਚ ਕੋਈ ਫਸ ਜਾਏ ਮਨੁੱਖ ਅਤੇ ਉੱਥੋਂ ਕੋਈ ਉਸ ਨੂੰ ਸਹੀ ਮਾਰਗ 'ਤੇ ਪਾ ਦੇਵੇ, ਸਹੀ ਰਸਤਾ ਵਿਖਾ ਦੇਵੇ ਅਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਇਸੇ ਤਰ੍ਹਾਂ ਜਿਹੜਾ ਸਾਧੂਆਂ ਦਾ ਸੰਗ ਹੈ, ਉਸ ਸੰਗ ਸਾਥ ਮਿਲ ਕੇ ਗੁਰਮੁਖ ਪਿਆਰਾ ਜਿਹੜਾ ਉਹ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਨੂੰ ਪ੍ਰਗਟ ਕਰ ਲੈਂਦਾ। ਤਿੰਨ ਸੰਤਨ ਕੀ ਬਾਸ਼ੋਂ ਧੂਰ, ਜਿਨ੍ਹਾਂ ਨੂੰ ਜੋਤ ਪ੍ਰਗਟ ਹੈ ਉਹਨਾਂ ਸੰਤ ਜਨਾਂ ਦੀ ਹਜ਼ੂਰ ਕਹਿੰਦੇ ਮੈਂ ਵੀ ਧੂੜੀ ਲੋਚਦਾ ਹਾਂ। ਨਾਨਕ ਕੀ ਹਰ ਲੋਚਾ ਪੂਰ, ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਮੇਰੀ ਇਹ ਲੋਚਾ ਹੈ ਹਰੀ ਅਕਾਲ ਪੁਰਖ ਜੀ ਪੂਰੀ ਕਰੋ, ਮੇਰੀ ਇੱਛਾ ਪੂਰੀ ਕਰੋ, ਰੱਬ ਦੇ ਸੰਤ ਜਨਾਂ ਦੀ ਚਰਨ ਧੂੜ ਮੈਨੂੰ ਮਿਲ ਜਾਏ। ਮਨ ਮੂਰਖ ਕਾਹੇ ਬਿਲਾਈਐ, ਹਜ਼ੂਰ ਫਰਮਾਉਂਦੇ ਨੇ ਮਨ ਨੂੰ ਸਮਝਾਉਂਦੇ ਹੋਏ ਕਿ ਮਨਾ ਮੂਰਖਾ ਕਾਹਦੇ ਵਾਸਤੇ ਵਿਰਲਾਪ ਕਰਦਾ ਹੈ, ਪੁਰਬ ਲਿਖੇਗਾ ਲਿਖਿਆ। ਭਾਵ ਜਿਹੜੇ ਬਹੁਤੇ ਪਦਾਰਥ ਸੁਖ ਆਦਿਕ ਮੰਗੀ ਜਾਂਦਾ, ਕਾਹਦੇ ਵਾਸਤੇ ਐਵੇਂ ਬਿਲਕੀ ਜਾਂਦਾ, ਵਿਰਲਾਪ ਕਰੀ ਜਾਂਦਾ। ਪੁਰਬ ਲਿਖੇਗਾ ਲਿਖਿਆ ਪਾਈ, ਪੂਰਬਲੇ ਜਨਮਾਂ ਦੇ ਕਰਮਾਂ ਦਾ ਫਲ ਜਿਹੜਾ ਲਿਖਿਆ ਹੋਇਆ ਮਸਤਕ 'ਤੇ ਉਹੀ ਪ੍ਰਾਪਤ ਕਰੀਦਾ ਹੈ। ਦੁਖ ਸੁਖ ਪ੍ਰਭ ਦੇਵਨ ਹਾਰ, ਜਿਵੇਂ ਬਚਨ ਹਨ, ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਿਨ ਦਾਤਾ ਦੀਏ। ਸੋ ਜੋ ਕੁਝ ਪੁਰਬਲੇ ਜਨਮਾਂ 'ਚ ਕਮਾਇਆ ਹੋਇਆ ਉਹ ਅਨੁਸਾਰ ਪ੍ਰਮਾਤਮਾ ਫਲ ਭੁਗਤਾਉਂਦਾ। ਜਾਣਦਾ ਉਹ ਹੈ ਜਿਸ ਨੇ ਬਖਸ਼ੇ ਹਨ ਸਾਨੂੰ, ਉਹਨੂੰ ਪਤਾ ਸਾਰਾ ਕੁਝ ਇਹਨਾਂ ਨੇ ਕਿਹੜੇ ਜਨਮ 'ਚ ਕਿਹੜਾ ਕਰਮ ਕਮਾਇਆ, ਕਿਹੜੇ ਕਰਮ ਦਾ ਫਲ ਕਦੋਂ ਭੁਗਤਾਉਣਾ। ਸੋ ਇਸ ਕਰਕੇ ਦੁੱਖ ਸੁਖ, ਦੁੱਖ ਤੇ ਸੁਖ ਦੇਣ ਵਾਲਾ ਪ੍ਰਭੂ ਅਕਾਲ ਪੁਰਖ ਹੀ ਹੈ ਅਤੇ ਉਸਦੇ ਚਰਨੀ ਲੱਗਾ ਰਹੋ, ਜੁੜਿਆ ਰਹੋ। ਜੇ ਕਰਮਾਂ ਅਨੁਸਾਰ ਦੁੱਖ ਵੀ ਮਿਲਣਾ ਤਾਂ ਉਹ ਐਸੀ ਬਖਸ਼ਿਸ਼ ਕਰੇਗਾ ਜਿਵੇਂ ਸੂਲ ਦਾ ਦੁੱਖ ਜਿਹੜਾ ਹੁੰਦਾ ਉਹਨੂੰ ਕੰਡਾ ਮਾੜਾ ਜਿਹਾ ਵੱਜਣ ਜਿੰਨਾ ਦੁੱਖ ਰਹਿ ਜਾਂਦਾ, ਬੜੇ ਸੌਖੇ ਢੰਗ ਨਾਲ ਹੀ ਉਸ ਦੁੱਖ ਨੂੰ ਅਸੀਂ ਪਾਰ ਕਰ ਜਾਂਦੇ ਹਾਂ। ਇਸ ਪ੍ਰਕਾਰ ਚਾਹੀਦਾ ਤਾਂ ਦੇਵਨਹਾਰ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਜਾਏ। ਅਵਰ ਤਿਆਗ ਤੂੰ ਤਿਸ ਚਤਾਰ, ਹੋਰ ਸਾਰਿਆਂ ਨੂੰ ਛੱਡ ਕੇ, ਸਾਰੇ ਖਿਆਲ ਤਿਆਗ ਕੇ, ਸਾਰੀਆਂ ਇੱਛਾ ਛੱਡ ਕੇ ਤੂੰ ਤਿਸ ਪਰਮਾਤਮਾ ਨੂੰ ਚਿਤਾਰਿਆ ਕਰ, ਭਾਵ ਚਿੰਤਨ ਕਰਿਆ ਕਰ, ਸਿਮਰਿਆ ਕਰ। ਜੋ ਕਛ ਕਰੈ ਸੋਈ ਸੁਖ ਮਾਨ, ਫਿਰ ਇੱਕ ਤਾਂ ਚੇਤੇ ਕਰਨ ਨੂੰ ਕਹਿ ਰਹੇ, ਦੂਸਰਾ ਪਰਮਾਤਮਾ ਦਾ ਭਾਣਾ ਮੰਨਣ ਨੂੰ ਕਹਿ ਰਹੇ ਨੇ ਕਿ ਜੋ ਕੁਝ ਵੀ ਪਰਮਾਤਮਾ ਕਰਦਾ ਉਸ ਨੂੰ ਸੁਖ ਕਰਕੇ ਮੰਨ, ਕਿਉਂਕਿ ਭਾਣਾ ਮੰਨੈ ਮਿਲਿਆ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝੇ ਸਮਾਏ। ਸੋ ਇਸ ਪ੍ਰਕਾਰ ਇੰਝ ਹੀ ਬੇਨਤੀ ਕਰਿਆ ਕਰੋ, ਦਇਆ ਕਰੋ, ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ। ਜਿਵੇਂ ਭਾਈ ਸੰਤੋਖ ਸਿੰਘ ਨੇ ਲਿਖਿਆ, ਬਚਨ ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਸੋ ਇਹ ਤਿੰਨ ਗੁਣ ਧਾਰਨ ਕਰਨੇ ਚਾਹੀਦੇ ਹਨ। ਹੰਗਤਾ ਛੱਡ ਕੇ ਸ਼ਰਨ ਪੈਣਾ, ਨਾਮ ਜਪਣਾ ਅਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਇੱਥੇ ਵੀ ਹਜ਼ੂਰ ਉਪਦੇਸ਼ ਦਿੰਦੇ ਨੇ ਕਿ ਜੋ ਕੁਝ ਵਾਹਿਗੁਰੂ ਜੀ ਕਰਦੇ ਨੇ ਉਹਨੂੰ ਸੁਖ ਸਰੂਪ ਕਰਕੇ ਮੰਨ ਲਾ। ਭੂਲਾ ਕਾਹੇ ਫਿਰ ਹੈ ਅਜਾਨ, ਇਹ ਅਜਾਨ ਬਸਮਝਾ ਮੂਰਖਾ
ਕਾਹਦੇ ਵਾਸਤੇ ਭੁੱਲ ਕੇ ਤੁਰਿਆ ਫਿਰਦਾ, ਵਾਹਿਗੁਰੂ ਨੂੰ ਛੱਡ ਕੇ ਕਾਹਦੇ ਵਾਸਤੇ ਭੁੱਲਾ ਫਿਰਦਾ। ਕੌਣ ਵਸਤ ਆਈ ਤੇਰੇ ਸੰਗ, ਦੱਸ ਖਾਂ ਵਿਚਾਰ ਕੇ ਕਿਹੜੀ ਵਸਤੂ ਤੇਰੇ ਨਾਲ ਆਈ ਸੀ ਜਦੋਂ ਤੂੰ ਜਨਮ ਲਿਆ ਸੀ। ਇਸ ਦੁਨੀਆ ਤੇ ਆਉਣ ਵੇਲੇ ਕੋਈ ਵਸਤੂ ਸਾਡੇ ਨਾਲ ਨਹੀਂ ਸੀ ਆਈ। ਲਵਟ ਰਹੇ ਹੋ ਰਸ ਲੋਭੀ ਪਤੰਗ, ਸੋ ਇਸ ਪ੍ਰਕਾਰ ਲੋਭੀ ਪਤੰਗਾ ਬਣ ਕੇ, ਭੰਬਟ ਬਣ ਕੇ ਤੇ ਰਸ ਸਵਾਦ ਵਿੱਚ ਲੱਗ ਕੇ ਤੂੰ ਲਵਟ ਰਿਹਾ, ਚੰਬੜ ਰਿਹਾ ਹੈ ਇਸ ਮਾਇਆ ਨਾਲ, ਪਦਾਰਥਾਂ ਨਾਲ ਚੰਬੜ ਰਿਹਾ ਪਤੰਗੇ ਦੀ ਨਿਆਈ। ਜਿਵੇਂ ਪਤੰਗਾ ਦੀਵੇ ਦੀ ਲਾਟ ਤੇ ਆ ਜਾ ਕੇ ਸੜ ਮਰਦਾ, ਇਸੇ ਤਰ੍ਹਾਂ ਹੇ ਪਤੰਗੇ ਵਰਗੇ ਲੋਭੀ, ਭੰਬਟ ਵਰਗੇ ਲੋਭੀ ਜੀਵ ਰਸ ਸਵਾਦ ਵਿੱਚ ਕਾਹਦੇ ਵਾਸਤੇ ਲੰਪਟ ਹੋ ਰਿਹਾ ਹੈ, ਚੰਬੜ ਰਿਹਾ ਹੈ। ਰਾਮ ਨਾਮ ਜਪ ਹਿਰਦੇ ਮਾਹੇ, ਤੈਨੂੰ ਦੱਸੀਏ ਕੀ ਕਰਨਾ। ਆਪਣੇ ਹਿਰਦੇ ਅੰਦਰ ਰਾਮ ਪਰਮੇਸ਼ਰ ਦੇ ਨਾਮ ਦਾ ਜਾਪ ਕਰ, ਨਾਨਕ ਪਤ ਸੇਤੀ ਘਰ ਜਾਹੇ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਫਿਰ ਤੂੰ ਪਤ ਇੱਜ਼ਤ ਦੇ ਸਹਿਤ ਹੋ ਕੇ ਆਪਣੇ ਘਰ ਵਿੱਚ ਜਾਏਗਾ। ਸੱਚਖੰਡ ਵਸੈ ਨਿਰੰਕਾਰ ਸਰੂਪ ਵਿੱਚ ਜਾਏਗਾ, ਲੀਨਤਾ ਪਾਏਗਾ, ਨਿਜ ਘਰ ਸਰੂਪ ਵਿੱਚ ਤੂੰ ਚਲਿਆ ਜਾਏਗਾ। ਬਾਹਰ ਮੁਖੀ ਜਿਹੜੀ ਬਿਰਤੀ ਹੈ ਦੁੱਖ ਭੋਗਣ ਵਾਲੀ, ਇੱਥੋਂ ਨਿਕਲ ਜਾਏਗਾ, ਆਤਮ ਸਰੂਪ ਵਿੱਚ ਚਲਾ ਜਾਏਗਾ। ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਵੱਖਰ ਪਦਾਰਥ ਸੌਦੇ ਨੂੰ ਲੈਣ ਵਾਸਤੇ, ਇੱਥੋਂ ਇਕੱਠਾ ਕਰਨ ਵਾਸਤੇ ਤੂੰ ਆਇਆ ਸੀ ਮਨੁੱਖ ਜਨਮ ਧਾਰ ਕੇ, ਰਾਮ ਨਾਮ ਸੰਤਨ ਘਰ ਪਾ, ਉਹ ਵੱਖਰ ਸੌਦਾ ਹੈ ਰਾਮ ਦੇ ਨਾਮ ਦਾ, ਤੇ ਉਹ ਸੰਤ ਜਨਾਂ ਦੇ ਘਰ ਵਿੱਚੋਂ ਹੀ ਪ੍ਰਾਪਤ ਕੀਤਾ ਜਾਂਦਾ। ਭਾਵ ਸਾਧੂਆਂ ਦਾ ਜਿੱਥੇ ਟਿਕਾਣਾ ਨਾ, ਜਿੱਥੇ ਘਰ ਹੈ ਰੱਬ ਦੇ ਸੰਤਾਂ ਦਾ, ਜਿੱਥੇ ਸੰਤ ਵਸਦੇ ਨੇ, ਉੱਥੇ ਪ੍ਰਾਪਤ ਹੁੰਦਾ ਜਾ ਕੇ ਰਾਮ ਦੇ ਨਾਮ ਦਾ ਧਨ। ਤਜ ਅਭਿਮਾਨ ਲਿਹੋ ਮਨ ਮੂਲ, ਮਨ ਦਾ ਮੁੱਲ ਦੇ ਕੇ, ਅਭਿਮਾਨ ਛੱਡ ਕੇ ਨਾ ਹੰਕਾਰ, ਤੇ ਫਿਰ ਉਹ ਹੰਕਾਰ ਦੇ ਵੱਟੇ, ਹੰਕਾਰ ਤਿਆਗਣ ਦੇ ਵੱਟੇ, ਜਿਹੜਾ ਪਰਮੇਸ਼ਰ ਦਾ ਨਾਮ ਹੈ, ਉਹ ਰੱਬ ਦੇ ਸੰਤਾਂ ਕੋਲੋਂ ਪ੍ਰਾਪਤ ਕਰ, ਉਹਨਾਂ ਦੀ ਸੰਗਤ 'ਚ ਵਸ ਕੇ। ਰਾਮ ਨਾਮ ਹਿਰਦੇ ਮਹਿ ਤੋਲ, ਰਮਿਆ ਹੋਇਆ ਜਿਹੜਾ ਰਾਮ ਪਰਮੇਸ਼ਰ ਆ, ਉਹਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਤੋਲ, ਭਾਵ ਕੇ ਵਿਚਾਰ, ਕਿੱਡਾ ਕੁ ਵੱਡਾ, ਕਿੰਨੀ ਕੁ ਮਹਾਨਤਾ ਰੱਖਦਾ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਹੈ। ਗੁਰੂ ਸਾਹਿਬ ਨੇ ਕਿਹਾ ਕਿ ਉਹਦੇ ਤੁਲ ਤਾਂ ਕੋਈ ਵੀ ਨਹੀਂ ਚੀਜ਼ ਤੁਲਦੀ। ਹਿਰਦੇ 'ਚ ਰਾਮ ਦੇ ਨਾਮ ਨੂੰ ਤੋਲ ਕੇ ਵੇਖ ਵਿਚਾਰ ਕੇ ਵੀ ਉਹਦੇ ਤੁਲ ਕੁਛ ਹੈ। ਲਾਦ ਖੇਪ ਸੰਤ ਹੈ ਸੰਗ ਚਾਲ, ਸੰਤ ਜਨਾਂ ਦੇ ਸੰਗ ਸਾਥ ਹੋ ਕੇ ਚੱਲ, ਆਪਣੇ ਜੀਵਨ ਦੀ ਚਾਲ ਚੱਲ, ਤੇ ਸੰਤਾਂ ਦੀ ਸੰਗਤ 'ਚ ਕਿਵੇਂ ਚੱਲਣਾ। ਲਾਦ ਖੇਪ, ਵਾਹਿਗੁਰੂ ਦੇ ਨਾਮ ਦੀ ਖੇਪ ਜਿਹੜਾ ਸੌਦਾ ਹੈ, ਇਹ ਲੱਦ ਲੈ, ਇਹ ਸੰਤਾਂ ਦੀ ਸੰਗਤ ਵਿੱਚ ਸੌਦਾ ਲੱਦ ਕੇ ਚੱਲ। ਅਵਰ ਤਿਆਗ ਵਿਖਿਆ ਜੰਜਾਲ, ਹੋਰ ਜਿਹੜੇ ਵਿਖਿਆ ਮਾਇਆ ਦੇ ਜੰਜਾਲ ਧੰਦੇ ਹਨ, ਉਹ ਤਿਆਗ ਦੇ। ਇੱਥੇ ਨਾ ਸਮਝਣਾ ਵੀ ਜਿਹੜਾ ਅਸੀਂ ਕਾਰੋਬਾਰ ਕਰਦੇ ਹਾਂ, ਕਿਰਤ ਕਮਾਈ ਕਰਦੇ ਹਾਂ, ਉਹ ਛੱਡ ਦਈਏ, ਨਹੀਂ। ਜਿਹੜੀ ਫਸੌਤੀ ਹੈ ਸੰਸਾਰ ਦੀ, ਉਹ ਮਨ ਨੂੰ ਜੰਜਾਲ ਚੰਬੜਿਆ ਹੋਇਆ, ਮਾਇਆ ਦਾ ਜੰਜਾਲ ਚੰਬੜਿਆ ਹੋਇਆ, ਸਾਰਾ ਤਿਆਗ ਦੇ। ਧਨ ਧਨ ਕਹਿ ਸਭ ਕੋਏ, ਜਿਹੜਾ ਇੰਜ ਕਰਦਾ ਉਹਨੂੰ ਸਭ ਕੋਈ ਧਨ ਧਨ ਕਹਿੰਦਾ, ਸਲਾਹੁੰਦਾ ਹੈ ਇਸ ਦੁਨੀਆ ਵਿੱਚ। ਮੁੱਖ ਉਜਲ ਹਰ ਦਰਗਹਿ ਸੋਏ, ਕਿਉਂਕਿ ਰੱਬ ਦੇ ਪਿਆਰਿਆਂ ਦੇ ਕੋਲੋਂ ਜੋ ਕੁਝ ਹੁੰਦਾ, ਪਰਉਪਕਾਰ ਭਲਾ ਹੁੰਦਾ, ਨੇਕੀ ਹੁੰਦੀ ਹੈ, ਤੇ ਉਹਨਾਂ ਦੀ ਕਮਾਈ ਦੀ, ਨਾਮ ਦੀ ਕਮਾਈ ਦੀ ਬਰਕਤ ਕਰਕੇ ਲੋਕਾਂ ਨੂੰ ਬੜਾ ਕੁਛ ਪ੍ਰਾਪਤ ਹੁੰਦਾ ਹੈ। ਜਿਹੜੀ ਦਾਤ ਕਿਧਰੋਂ ਨਹੀਂ ਮਿਲਦੀ, ਉਹਨਾਂ ਦੀ ਸੰਗਤ ਦੁਆਰਾ ਮਿਲ ਜਾਂਦੀ, ਉਹਨਾਂ ਦੀ ਅਰਦਾਸ ਵਾਹਿਗੁਰੂ ਪ੍ਰਵਾਨ ਕਰਦਾ। ਤੇ ਇਸ ਪ੍ਰਕਾਰ ਉਹਨਾਂ ਨੂੰ ਸਭ ਕੋਈ ਧੰਨ ਧੰਨ ਹੀ ਕਹਿੰਦਾ, ਉਹ ਬੁਰਾ ਹੀ ਨਹੀਂ ਕੁਛ ਕਰਦੇ, ਕਿਸੇ ਨਾਲ ਕੋਈ ਵਧੀਕੀ ਨਹੀਂ ਉਹਨਾਂ ਕਰਨੀ ਹੁੰਦੀ, ਕਿਉਂਕਿ ਮਨ ਸਾਫ਼ ਹੈ। ਇਸ ਕਰਕੇ ਜਿਨ੍ਹਾਂ ਦੇ ਅੰਦਰ ਜਿੰਦ ਜਾਨ ਹੈ ਨਾ, ਜ਼ਮੀਰ ਜਾਗਦੀ ਵਾਲੇ, ਸੱਚ ਦੇ ਧਾਰਨੀ ਲੋਕ, ਸਭ ਧੰਨ ਧੰਨ ਹੀ ਕਹਿੰਦੇ ਰੱਬ ਦੇ ਸੰਤਾਂ ਨੂੰ। ਮੁੱਖ ਉਜਲ ਹਰ ਦਰਗਹਿ ਸੋਏ, ਹਰੀ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਵਿੱਚ ਸੋਏ ਉਹ ਜਿਹੜੇ ਮੁੱਖ ਹਨ ਨਾ, ਉਹ ਮੁੱਖ ਉਜਲੇ ਹੁੰਦੇ ਨੇ। ਜਿਹੜੇ ਭਗਤੀ ਕਰਨ ਵਾਲੇ ਹਨ, ਉਹਨਾਂ ਦਾ ਮੁੱਖ ਉਜਲਾ ਹੁੰਦਾ। ਹਰ ਦਰਗਾਹ ਸੋਏ ਸੋਭਾ ਹੁੰਦੀ ਹੈ, ਮੁੱਖ ਉਜਲਾ ਇਸ ਸੰਸਾਰ ਅੰਦਰ, ਤੇ ਹਰੀ ਦੀ ਦਰਗਾਹ ਵਿੱਚ ਵੀ ਸੋਭਾ ਹੁੰਦੀ ਹੈ, ਇਸ ਦੁਨੀਆ ਵਿੱਚ ਵੀ, ਲੋਕ ਪਰਲੋਕ 'ਚ। ਇਹੋ ਵਪਾਰ ਵਿਰਲਾ ਵਪਾਰ ਹੈ। ਇਹ ਜਿਹੜਾ ਵਪਾਰ ਹੈ ਵਾਹਿਗੁਰੂ ਦੇ ਨਾਮ ਦਾ, ਕੋਈ ਵਿਰਲਾ ਹੀ ਵਪਾਰ ਦਾ ਮਤਲਬ ਕਰਦਾ ਹੈ। ਇਸ ਵਪਾਰ ਨੂੰ ਕੋਈ ਵਿਰਲਾ ਹੀ ਕਰਦਾ ਹੈ। ਨਾਨਕ ਤਾਕੈ ਸਦ ਬਲਿਹਾਰੈ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਹੜਾ ਇਹ ਵਪਾਰ ਕਰਦਾ, ਉਸ ਤੋਂ ਸਦਾ ਵਾਸਤੇ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਚਰਨ ਸਾਧ ਕੇ ਧੋਏ ਧੋਏ ਪੀਓ, ਸਾਧੂ ਸਤਿਗੁਰੂ ਮਹਾਰਾਜ ਜੀ ਦੇ, ਸਾਧ ਭਲੇ ਪੁਰਸ਼ਾਂ ਦੇ ਚਰਨ ਧੋ ਧੋ ਕੇ ਪੀਓ ਦਾ ਮਤਲਬ ਹੈ ਉਹਨਾਂ ਦੀ ਸੇਵਾ ਕਰੋ, ਨਿਮਰਤਾਵਾਨ ਹੋ ਕੇ ਉਹਨਾਂ ਦੇ ਚਰਨੀ ਲੱਗੋ, ਸਤਿਕਾਰ ਕਰੋ। ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ,
ਅਰਪ ਸਾਧ ਕੋ ਆਪਣਾ ਜੀਓ। ਚਰਨ ਧੋ ਕੇ ਪੀਣ ਦਾ ਮਤਲਬ ਹੀ ਇਹ ਹੈ ਕਿ ਉਹ ਸਾਧੂ ਨੂੰ ਆਪਣਾ ਜੀਓ, ਜਿਹੜੀ ਜਿੰਦ ਆ ਨਾ, ਉਹ ਅਰਪਣ ਕਰ ਦਿਓ। ਜਿਵੇਂ ਸੰਤ ਕਰਤਾਰ ਸਿੰਘ ਖਾਲਸਾ ਦੀ ਪਰਖ ਹੋਈ ਸੀ ਸੰਤ ਗੁਰਬਚਨ ਸਿੰਘ ਖਾਲਸਾ ਜੀ ਵੱਲੋਂ, ਤਾਂ ਕਹਿੰਦੇ ਸੀ ਹੁਕਮ ਕਰੋ, ਇਸੇ ਵੇਲੇ ਕਰਤਾਰ ਸਿੰਘ ਹਾਜ਼ਰ ਹੋਵੇ। ਤੇ ਚੋਲਾ ਪਾਉਣ ਲੱਗੇ ਸੀ, ਉਸੇ ਤਰ੍ਹਾਂ ਦੌੜ ਪਏ ਤੇ ਬਚਨ ਪੜ੍ਹਦੇ ਜਾਂਦੇ ਸੀ। ਫਰਮਾਨ ਤੇਰਾ ਸਿਰਾ ਉੱਪਰ ਫਿਰ ਨਾ ਕਰਤ ਵਿਚਾਰ। ਔਰ ਇੰਝ ਵੀ ਕਹਿੰਦੇ ਮਾਤਰ ਪਿਤਰ ਤਿਆਗ ਕਿਆ ਮਨ ਸੰਤਨ ਪਾਹੇ ਬਚਾਇਓ। ਜਾਤ ਜਨਮ ਕੁਲ ਖੋਈ ਹੈ ਹਾਂ ਗਾਵੋ ਹਰ ਹਰੀ। ਸੋ ਇਸ ਪ੍ਰਕਾਰ ਆਪਣਾ ਜੀਓ, ਜਿਹੜਾ ਜਿੰਦ ਮਨ ਹੈ ਨਾ ਆਪਣਾ, ਇਹ ਸਾਧੂਆਂ ਦੇ ਤਾਂ ਹੀ ਅਰਪਣ ਕਰ ਦਿਓ। ਸਾਧ ਕੀ ਧੂੜ ਕਰੋ ਇਸ਼ਨਾਨ। ਸਾਧੂ ਦੀ ਧੂੜ ਬਣ ਜਾਣਾ, ਸਾਧੂ ਦੀ ਧੂੜ ਵਿੱਚ ਇਸ਼ਨਾਨ ਕਰੋ। ਮਾਰੇ ਕਹਿੰਦੇ ਸਾਧੂ ਦੀ ਧੂੜ ਪ੍ਰਾਪਤ ਕਰੋ, ਤੇ ਇਹੋ ਹੀ ਇਸ਼ਨਾਨ ਆ 68 ਤੀਰਥਾਂ ਦਾ। ਸਾਧੂ ਉੱਪਰ ਜਾਈਏ ਕੁਰਬਾਨ। ਸਾਧੂ ਦੇ ਉੱਪਰੋਂ ਕੁਰਬਾਨ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ, ਆਪਣਾ ਵਾਰ ਦੇਣਾ ਚਾਹੀਦਾ। ਜਿਵੇਂ ਭਾਈ ਗੁਰਮੁਖ ਸਿੰਘ ਅੜੀਸਾ ਨੇ ਆਪਣੀ ਜਿੰਦ ਦੀ ਪਰਵਾਹ ਨਾ ਕਰਦਿਆਂ ਜਾਨ ਦੀ ਚਿਖਾ 'ਚ ਛਾਲ ਮਾਰਤੀ ਸੀ। ਮਹਾਂਪੁਰਸ਼ਾਂ ਦੀ ਚਿਖਾ 'ਚ ਏਡਾ ਪ੍ਰੇਮ ਸੀ। ਸਾਧ ਸੇਵਾ ਵੱਡ ਭਾਗੀ ਪਾਈ ਹੈ। ਸਾਧੂਆਂ ਦੀ ਸੇਵਾ ਵੱਡਿਆਂ ਭਾਗਾਂ ਕਰਕੇ ਪਾਈ ਦੀ ਹੈ। ਸਾਧ ਸੰਗ ਹਰ ਕੀਰਤਨ ਗਾਈ ਹੈ। ਸਾਧੂਆਂ ਦੀ ਸੰਗਤ ਵਿੱਚ ਹਰੀ ਦਾ ਕੀਰਤਨ ਗਾਈਦਾ ਹੈ। ਅਨੇਕ ਬਿਘਨ ਤੇ ਸਾਧੂ ਰੱਖੇ, ਕਿਉਂਕਿ ਚੋਰਾਂ ਦੀ ਸੰਗਤ ਵਿੱਚ ਤਾਂ ਚੋਰੀ ਦੀਆਂ ਗੱਲਾਂ ਹੋਣਗੀਆਂ, ਵਕਾਰੀਆਂ ਦੀ ਸੰਗਤ ਵਿੱਚ ਵਕਾਰ ਦੀਆਂ ਗੱਲਾਂ ਹੋਣਗੀਆਂ, ਸ਼ਰਾਬੀਆਂ ਦੀ ਸੰਗਤ ਵਿੱਚ ਸ਼ਰਾਬ ਦੀਆਂ ਗੱਲਾਂ ਹੋਣਗੀਆਂ। ਸੋ ਇਸ ਪ੍ਰਕਾਰ ਸ੍ਰੇਸ਼ਟ ਜਨਾਂ ਦੀ ਸੰਗਤ ਇਹੀ ਹੈ ਕਿ ਉੱਥੇ ਕੀਰਤਨ ਗਾਈਦਾ ਹੈ। ਅਨੇਕ ਬਿਘਨ ਤੇ ਸਾਧੂ ਰੱਖੇ। ਅਨੇਕਾਂ ਪ੍ਰਕਾਰ ਦੇ ਜਿਹੜੇ ਸਾਡੇ ਜੀਵਨ 'ਚ ਬਿਘਨ ਪੈਣੇ ਹੋਣ, ਉਹਨਾਂ ਬਿਘਨਾਂ ਤੋਂ ਸਾਧੂ ਰੱਖ ਲੈਂਦਾ, ਬਚਾ ਲੈਂਦਾ ਹੈ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਔਰ ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ, ਹਰੀ ਦਾ ਗੁਣ ਗਾਉਂਦਾ ਹੈ ਤੇ ਅੰਮ੍ਰਿਤ ਰਸ ਪਰਮੇਸ਼ਰ ਦੇ ਨਾਮ ਨੂੰ ਚੱਖਦਾ ਹੈ। ਅਥਵਾ ਜਿਹੜਾ ਸਾਧੂ ਹੈ ਨਾ, ਜਿਹਦੀ ਸੰਗਤ ਕਰਕੇ ਬਿਘਨ ਨਾਸ਼ ਹੁੰਦੇ, ਕੌਣ ਹੈ ਜੀ? ਉਹ ਹਰੀ ਦੇ ਗੁਣ ਗਾਉਂਦਾ ਤੇ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਦੇ ਰਸ ਨੂੰ ਚੱਖਦਾ, ਭੋਗਦਾ, ਪਹੁੰਚਦਾ ਹੈ। ਓਟ ਗਹੀ ਸੰਤਹਿ ਦਰ ਆਇਆ। ਜਿਨ੍ਹਾਂ ਨੇ ਸੰਤ ਜਨਾਂ ਦੀ ਓਟ ਗ੍ਰਹਿਣ ਕੀਤੀ, ਉਹਨਾਂ ਦੇ ਦਰ ਤੇ ਆਇਆ ਹੈ ਕੋਈ। ਸਰਬ ਸੁਖ ਨਾਨਕ ਤੇ ਪਾਇਆ। ਸਾਰੇ ਸੁਖ ਤਿਸ ਨੇ ਪ੍ਰਾਪਤ ਕਰ ਲਏ ਹਨ। ਮਨੋ ਤਨੋ ਹੋ ਕੇ ਜਿਨ੍ਹਾਂ ਨੇ ਮਨ 'ਚ ਰੱਬ ਦੇ ਪਿਆਰਿਆਂ ਦੀ ਓਟ ਗ੍ਰਹਿਣ ਕੀਤੀ ਹੈ, ਸੰਤ ਜਨਾਂ ਦੇ ਦਰ ਤੇ ਆ ਡਿੱਗਾ ਹੈ, ਉਹਨੇ ਸਾਰੇ ਸੁਖ ਪ੍ਰਾਪਤ ਕੀਤੇ ਹਨ। ਮਿਰਤਕ ਕੋ ਜੀਵਾਲਨ ਹਾਰ। ਵਾਹਿਗੁਰੂ ਪਰਮਾਤਮਾ ਮਰੇ ਹੋਏ ਮਿਰਤਕ ਜੀਵ ਨੂੰ ਜੀਵਾਲਣ ਵਾਲੇ ਨੇ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮਜਨੂ ਕਾ ਟਿੱਲਾ ਸਥਾਨ ਆ, ਜਿਹੜਾ ਦਿੱਲੀ ਵਿਖੇ, ਦਿੱਲੀ ਸ਼ਹਿਰ ਦੇ ਬਾਹਰ ਆ, ਉੱਥੇ ਗਏ ਸੀ। ਤੇ ਉੱਥੇ ਸਿਕੰਦਰ ਲੋਧੀ ਬਾਦਸ਼ਾਹ ਦਾ ਇੱਕ ਅਹਿਲਕਾਰ ਸੀ, ਗਰੀਬ ਜਿਹਾ ਆਦਮੀ, ਮਹਾਵਤ ਸੀ। ਉਹਦਾ ਹਾਥੀ ਮਰ ਗਿਆ ਸੀ ਤੇ ਰੋਂਦਾ ਕੁਰਲਾਉਂਦਾ ਬਹੁਤ ਸੀ। ਗੁਰੂ ਮਹਾਰਾਜ ਦਾ ਧਿਆਨ ਉੱਧਰ ਗਿਆ। ਕਹਿੰਦੇ ਭਾਈ ਰੋ ਨਾ, ਕਰਤਾਰ ਨੂੰ ਪਾਇਆ ਤੇ ਜਿਉਂਦਾ ਹੋ ਜਾਏਗਾ। ਉਹ ਕਹਿੰਦਾ ਸੀ ਮੇਰਾ ਰੋਜ਼ੀਨਾ ਹੀ ਰੁਜ਼ਗਾਰ ਹੀ ਇਹ ਹੈ, ਮੈਂ ਹੁਣ ਭੁੱਖਾ ਮਰ ਜਾਵਾਂਗਾ। ਹਜ਼ੂਰ ਨੇ ਜਿਉਂਦਾ ਕਰਤਾ। ਬਾਦਸ਼ਾਹ ਸਿਕੰਦਰ ਲੋਧੀ ਨੂੰ ਪਤਾ ਲੱਗਾ। ਕਹਿੰਦੇ ਫਿਰ ਆਇਆ ਚੱਲ ਕੇ, ਕਹਿੰਦਾ ਜੀ ਮੈਨੂੰ ਪਤਾ ਲੱਗਾ ਤੁਸੀਂ ਹਾਥੀ ਜਿਉਂਦਾ ਕਰਤਾ। ਇਹੋ ਜਿਹੀ ਕਲਾ ਵੇਖ ਕੇ ਰੌਲਾ ਬਹੁਤ ਪੈਂਦਾ, ਤਾਂ ਇਸ ਕਰਕੇ ਬਾਦਸ਼ਾਹ ਆਇਆ। ਤਾਂ ਮੈਂ ਤਾਂ ਮੰਨਾਂ ਜੇ ਤੁਸੀਂ ਇਸ ਹਾਥੀ ਨੂੰ ਫਿਰ ਮਾਰ ਦਿਓ। ਬਾਰ-ਬਾਰ ਕਹਿਣ ਨੂੰ ਹਟਿਆ ਤਾਂ ਹਜ਼ੂਰ ਨੇ ਕਿਹਾ ਬਾਦਸ਼ਾਹ ਨਾ ਬਹੁਤਾ ਬੋਲ, ਜੇ ਕਰਤਾਰ ਨੂੰ ਪਾਇਆ ਤਾਂ ਭਾਈ ਮਰ ਜਾਏਗਾ। ਦੁਬਾਰਾ ਫਿਰ ਮਰ ਗਿਆ। ਬਾਦਸ਼ਾਹ ਤੇ ਪ੍ਰਤਿਆਵਾ ਲੈ ਕੇ ਨਮਸਕਾਰ ਕਰਕੇ ਮੁੜਨ ਲੱਗਾ ਤੇ ਉਹ ਜਿਹੜਾ ਮਹਾਵਤ ਸੀ ਉਹ ਕਹਿੰਦਾ ਮਹਾਰਾਜ ਬਾਦਸ਼ਾਹ ਦਾ ਕੀ ਗਿਆ, ਉਜੜ ਤਾਂ ਮੈਂ ਗਿਆ ਤੇ ਮਹਾਰਾਜ ਤੁਸੀਂ ਬਾਦਸ਼ਾਹ ਦੇ ਕੇ ਤੇ ਮੇਰਾ ਹਾਥੀ ਫਿਰ ਮਾਰਤਾ। ਜਿਹੜੀ ਖੁਸ਼ੀ ਮਿਲੀ ਸੀ ਫਿਰ ਗਮੀ 'ਚ ਬਦਲ ਗਈ ਹੈ। ਤਾਂ ਮਹਾਰਾਜ ਕਹਿੰਦੇ ਤੂੰ ਨਾ ਬੋਲ, ਜੇ ਕਰਤਾਰ ਨੂੰ ਪਾਇਆ ਫਿਰ ਜਿਉਂਦਾ ਹੋ ਜਾਏਗਾ। ਇਹ ਇਤਿਹਾਸ ਹੈ ਸਾਡਾ। ਇਸੇ ਪ੍ਰਕਾਰ ਹੋਰ ਵੀ ਕਈ ਐਸੀਆਂ ਮਿਸਾਲਾਂ ਹਨ, ਉਦਾਹਰਣ ਹਨ। ਜਦੋਂ ਗੁਰੂ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਤਈਏ ਤਾਬ ਨਾਲ ਮਰਿਆ ਕਮਾਈ ਦਾ ਪੁੱਤ ਜਿਉਂਦਾ ਕੀਤਾ ਤੇ ਬਚਨ ਕੀਤਾ, ਜਦੋਂ ਤੱਕ ਅਸੀਂ ਇੱਥੇ ਰਹਿੰਦੇ ਹਾਂ ਨਾ ਗੋਇੰਦਵਾਲ ਸਾਹਿਬ, ਕੋਈ ਨਹੀਂ ਮਰੇਗਾ। ਕਾਲ ਹੀ ਨਹੀਂ ਸੀ ਵੜਿਆ 22 ਸਾਲ ਗੋਇੰਦਵਾਲ ਸਾਹਿਬ ਨਗਰ ਦੇ ਅੰਦਰ। ਇਸ ਪ੍ਰਕਾਰ ਮਿਰਤਕ ਕੋ ਜੀਵਾਲਨਹਾਰ। ਮਿਰਤਕ ਮਰੇ ਹੋਏ ਨੂੰ ਜੀਵਾਲਣ ਵਾਲਾ ਪਰਮੇਸ਼ਵਰ ਹੈ। ਪਰ ਭਾਵੈ ਬਿਨ ਸਾਸ ਤੇ ਰੱਖ। ਇਹਨਾਂ ਦੇ ਸਾਹ ਹੀ ਨਹੀਂ ਚੱਲਦੇ, ਉਹਨਾਂ ਨੂੰ ਵੀ ਬਚਾ ਕੇ ਰੱਖ ਸਕਦਾ ਵਾਹਿਗੁਰੂ। ਸਾਹ ਦਿੱਤੇ ਵੀ ਤੇ ਉਸੇ ਨਹੀਂ ਹੈ, ਜੀਵਨ ਵੀ ਤੇ ਉਸੇ ਨੇ ਬਖਸ਼ਿਆ ਸਾਨੂੰ। ਇਸੇ ਪ੍ਰਕਾਰ ਜਿਹੜਾ ਮਿਰਤਕ ਹੈ, ਆਤਮਿਕ ਤੌਰ 'ਤੇ ਮਰ ਚੁੱਕਾ, ਵਾਹਿਗੁਰੂ ਦੇ ਸਿਮਰਨ ਭਜਨ ਵਾਲਾ, ਪਰਮਾਰਥਕ ਜੀਵਨ ਨਹੀਂ ਹੈ, ਉਹਨੂੰ ਮਿਰਤਕ ਹੀ ਕਿਹਾ ਹਜ਼ੂਰ ਨੇ। ਇਹ ਮਿਰਤਕ ਮੜਾ ਸਰੀਰ ਹੈ, ਸਭ ਜਗ ਜੇ ਤਰਾਮ ਨਾਮ ਨਹੀਂ ਵਸਿਆ। ਸੋ ਇਸੇ ਪ੍ਰਕਾਰ ਜਿਹੜਾ ਉਹ ਆਤਮਿਕ ਤੌਰ 'ਤੇ ਮਰਿਆ ਹੋਇਆ ਮਿਰਤਕ ਹੈ, ਉਹਨੂੰ ਜੀਵਾਲਣ ਵਾਲੇ ਹਨ ਸੱਚੇ ਪਾਤਸ਼ਾਹ। ਜਿਹੜਾ ਅੱਜ ਮਿਰਤਕ ਹੈ, ਕੱਲ੍ਹ ਨੂੰ ਜਿਉਂਦਿਆਂ 'ਚ ਹੋ ਸਕਦਾ ਹੈ। ਭੁੱਖੇ ਕਉ ਦੇਵਤ ਆਧਾਰ। ਜਿਹੜਾ ਭੁੱਖਾ ਹੈ,
ਪਦਾਰਥਾਂ ਦਾ, ਉਸ ਦੇ ਤਾਈਂ ਵੀ ਸੱਚੇ ਪਾਤਸ਼ਾਹ ਆਧਾਰ ਆਸਰਾ ਬਖਸ਼ਦੇ ਨੇ। ਜਿਹੜੇ ਵਾਹਿਗੁਰੂ ਦੇ ਦਰਸ਼ਨਾਂ ਦੇ ਭੁੱਖੇ ਹਨ ਉਹਨਾਂ ਨੂੰ ਵੀ ਆਪਣੇ ਦਰਸ਼ਨਾਂ ਦਾ ਆਧਾਰ ਆਸਰਾ ਬਖਸ਼ਦੇ ਨੇ। ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਜਿਸ ਪਰਮਾਤਮਾ ਦੀ ਦ੍ਰਿਸ਼ਟੀ ਨਜ਼ਰ ਦੇ ਵਿੱਚ ਹੀ ਸਾਰੇ ਖਜ਼ਾਨੇ ਛੁਪੇ ਹੋਏ ਨੇ। ਪੁਰਬ ਲਿਖੇਗਾ ਲੈਣਾ ਪਾਹੇ, ਪਰ ਇਹ ਜੀਵ ਆਪਣੇ ਪੂਰਬਲੇ ਜਨਮਾਂ ਦੇ ਜਿਹੜੇ ਕਰਮ ਹਨ ਉਹਨਾਂ ਦੇ ਲਿਖੇ ਮੁਤਾਬਕ ਲੈਣਾ ਜਿਹੜਾ ਹੁੰਦਾ ਨਾ, ਪ੍ਰਾਪਤ ਕਰਨਾ, ਇਸ ਨੇ ਉਹੀ ਪ੍ਰਾਪਤ ਕਰਦੇ ਹਨ ਜੀ। ਸਭ ਕੁਛ ਤਿਸ ਕਾ ਉਹ ਕਰਨਾ ਜੋਗ, ਜੋ ਕੁਝ ਵੀ ਹੈ ਉਸ ਪਰਮਾਤਮਾ ਦਾ ਹੀ ਹੈ। ਸਭ ਕੁਛ ਜਾਣਾ ਤਿਸੈ ਕਾ ਜਿਨ ਦੀਆ ਤਨ ਸਾਜ, ਤੇ ਉਹ ਪਰਮਾਤਮਾ ਹੀ ਕਰਨਾ ਜੋਗ, ਸਭ ਕੁਝ ਕਰਨ ਦੇ ਯੋਗ ਸਮਰੱਥ ਹੈ। ਤਿਸ ਬਿਨ ਦੂਸਰ ਹੋਆ ਨਾ ਹੋ, ਉਸ ਪਰਮਾਤਮਾ ਤੋਂ ਬਗੈਰ ਉਹਦੇ ਬਰਾਬਰ ਦਾ ਕੋਈ ਸ਼ਰੀਕ ਦੂਜਾ ਨਾ ਹੋਇਆ ਹੈ ਹੁਣ ਤੱਕ, ਨਾ ਹੋਗ ਨਹੀਂ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਹੇ ਜਨ ਸੇਵਕ ਬਣ ਕੇ ਜੀਵ ਸਦਾ ਸਦਾ ਵਾਸਤੇ ਦਿਨ ਤੇ ਰਾਤ ਉਸ ਪਰਮਾਤਮਾ ਨੂੰ ਜਪਿਆ ਕਰ। ਜੇ ਸਦਾ ਸਦਾ ਜਪੇ ਤੇ ਰਹਿਣੀ ਜਿਹੜੀ ਵਿਦਿਆ ਦੀ ਰਾਤ ਹੈ ਦਿਨ ਵਿੱਚ ਗਿਆਨ ਵਿੱਚ ਬਦਲ ਜਾਏਗੀ। ਸਭ ਤੇ ਉੱਚ ਨਿਰਮਲ ਕਰਨੀ, ਸਭ ਤੋਂ ਉੱਚੀ ਨਿਰਮਲ ਤੇ ਉਜਲ ਪਵਿੱਤਰ ਇਹ ਹੀ ਕਰਨੀ ਹੈ ਵਾਹਿਗੁਰੂ ਨੂੰ ਜਪਣਾ। ਕਰ ਕਿਰਪਾ ਜਿਸ ਕੋ ਨਾਮ ਦੀਆ, ਆਪਣੀ ਬਖਸ਼ਿਸ਼ ਕਰਕੇ ਕਿਰਪਾ ਕਰਕੇ ਜਿਸ ਜੀਵ ਨੂੰ ਆਪਣਾ ਨਾਮ ਬਖਸ਼ ਦਿੱਤਾ ਹੈ। ਨਾਨਕ ਸੋ ਜਨ ਨਿਰਮਲ ਥੀਆ, ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਉਹ ਜਨ ਭਗਤ ਫਿਰ ਨਿਰਮਲ ਉਜਲ ਤੇ ਪਵਿੱਤਰ ਥੀਆ ਹੋ ਗਿਆ ਹੈ। ਉਹ ਨਿਰਮਲ ਹੋ ਗਿਆ, ਉਹਦੇ 'ਚ ਕਿਸੇ ਤਰ੍ਹਾਂ ਦੀ ਮੈਲ ਨਹੀਂ ਰਹਿ ਗਈ। ਜਾ ਕੇ ਮਨ ਗੁਰ ਕੀ ਪ੍ਰਤੀਤ, ਜਿਸ ਸੇਵਕ ਸਿੱਖ ਦੇ ਮਨ ਅੰਦਰ ਸਤਿਗੁਰਾਂ ਦੀ ਪ੍ਰਤੀਤੀ ਹੈ, ਭਰੋਸਾ ਯਕੀਨ ਹੈ, ਨਿਸ਼ਚਾ ਹੈ, ਤਿਸ ਜਨ ਆਵੈ ਹਰ ਪ੍ਰਭ ਚੀਤ, ਉਸ ਜਨ ਸੇਵਕ ਨੂੰ ਹਰੀ ਪ੍ਰਭੂ ਅਕਾਲ ਪੁਰਖ ਚਿੱਤ ਵਿੱਚ ਚੇਤੇ ਆਉਂਦਾ ਹੈ। ਭਗਤ ਭਗਤ ਸੁਣੀਐ ਤਿਹ ਲੋਏ, ਸਾਰੀ ਸ੍ਰਿਸ਼ਟੀ ਤਿੰਨਾਂ ਲੋਕਾਂ 'ਚ ਉਹਦਾ ਨਾਮ ਭਗਤ ਭਗਤ ਕਰਕੇ ਸੁਣਿਆ ਜਾਂਦਾ। ਲੋਕ ਬੋਲਦੇ ਨੇ, ਸੁਣਨ ਵਾਲੇ ਸੁਣਦੇ ਨੇ ਵੀ ਉਹਦਾ ਭਾਈ ਭਗਤ ਹੈ। ਜਿਹਨੂੰ ਪਰਮਾਤਮਾ ਚਿੱਤ ਵਿੱਚ ਚੇਤੇ ਰਹਿੰਦਾ ਉਹ ਭਗਤ ਦੇ ਤੌਰ 'ਤੇ ਪਰਮਾਤਮਾ ਨੂੰ ਪ੍ਰਸਿੱਧ ਕਰ ਦਿੰਦਾ। ਜਾ ਕੇ ਹਿਰਦਾ ਇੱਕ ਹੋਏ, ਜਿਹਦੇ ਹਿਰਦੇ 'ਚ ਕੇਵਲ ਇੱਕ ਪਰਮਾਤਮਾ ਹੀ ਪਰਮਾਤਮਾ ਹੈ। ਸੱਚ ਕਰਨੀ ਸੱਚ ਤਾਗੀ ਰਹਿਤ, ਉਹਦੇ ਕਰਨੀ ਕਰਤੱਵ ਜਿਹੜੇ ਨੇ ਨਾ, ਜੋ ਕੁਛ ਉਹ ਕਰਦਾ ਹੈ ਉਹ ਸੱਚੀ ਕਰਨੀ ਹੈ। ਤੇ ਸੱਚ ਤਾਗੀ ਰਹਿਤ, ਉਹਦੀ ਜਿਹੜੀ ਰਹਿਣੀ ਹੈ ਜੀਵਨ ਦਾ ਜਿਹੜਾ ਤਰੀਕਾ ਹੈ ਉਹ ਸੱਚ ਹੈ। ਸੱਚ ਹਿਰਦਾ ਸਤਮੁਖ ਕਹਿਤ, ਸੱਚ ਹੀ ਉਹਦੇ ਹਿਰਦੇ ਅੰਦਰ ਹੈ। ਮੁਖ ਤੋਂ ਵੀ ਸੱਚਾ ਨਾਮ ਹੀ ਕਹਿੰਦਾ ਬੋਲਦਾ ਹੈ। ਸੋ ਇਸ ਪ੍ਰਕਾਰ ਉਹਦੀ ਕਰਨੀ ਵਿੱਚ ਵੀ ਸੱਚੇ ਪਰਮੇਸ਼ਰ ਦਾ ਹੀ ਜਿਹੜਾ ਗਿਆਨ ਹੈ, ਉਹਦੀ ਰਹਿਣੀ ਜਿਹੜੀ ਜੀਵਨ ਦੀ, ਉੱਥੇ ਵੀ ਸੱਚ ਹੀ ਸੱਚ ਹੈ। ਹਿਰਦੇ ਅੰਦਰ ਵੀ ਸੱਚਾ ਨਾਮ ਹੈ, ਮੁਖ ਤੋਂ ਵੀ ਸਤ ਸਤ ਪਰਮੇਸ਼ਰ ਦਾ ਨਾਮ ਹੀ ਬੋਲਦਾ। ਸੱਚੀ ਦ੍ਰਿਸ਼ਟ ਸਾਚਾ ਆਕਾਰ, ਉਹਦੀ ਦ੍ਰਿਸ਼ਟੀ ਨਜ਼ਰ ਵੀ ਸੱਚੀ ਹੈ। ਤੇ ਜਿੰਨਾ ਆਕਾਰ ਉਹਦੀ ਦ੍ਰਿਸ਼ਟੀ 'ਚ ਆਉਂਦਾ ਉਹ ਵੀ ਉਹਨੂੰ ਸੱਚੇ ਅਕਾਲ ਪੁਰਖ ਦਾ ਰੂਪ ਹੀ ਦਿਖਾਈ ਦਿੰਦਾ। ਸੱਚ ਵਰਤੈ ਸਾਚਾ ਪਾਸਾਰ, ਸੱਚ ਸਰੂਪ ਵਾਹਿਗੁਰੂ ਸਾਰੇ ਪਾਸੇ ਵਰਤ ਰਿਹਾ ਹੈ। ਇਹ ਸਾਰਾ ਪਸਾਰਾ ਜਿਹੜਾ ਪਸਾਰਿਆ ਵਾਹਿਗੁਰੂ ਨੇ ਇਹ ਸੱਚਾ ਹੀ ਹੈ, ਇੰਜ ਉਹਦੀ ਦ੍ਰਿਸ਼ਟੀ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਜਿਸ ਨੇ ਪਾਰ ਬ੍ਰਹਮ ਪਰਮਾਤਮਾ ਨੂੰ ਸੱਚ ਕਰਕੇ ਨਿਸ਼ਚੇ ਕਰਕੇ ਜਾਣ ਲਿਆ ਹੈ। ਨਾਨਕ ਸੋ ਜਨ ਸੱਚ ਸੁਮਾਤਾ, ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਜਨ ਸੇਵਕ ਸੱਚ ਦੁਆਰਾ, ਭਾਵ ਸੱਚੇ ਨਾਮ ਦੁਆਰਾ, ਸੱਚੇ ਅਕਾਲ ਪੁਰਖ ਦੇ ਵਿੱਚ ਹੀ ਸਮਾਤਾ ਸਮਾ ਗਿਆ ਹੈ, ਸੱਚੇ ਵਿੱਚ ਹੀ ਸਮਾਇਆ ਰਹਿੰਦਾ। ਉਹ ਲੀਨਤਾ ਪ੍ਰਾਪਤ ਕਰਦਾ ਵਾਹਿਗੁਰੂ ਵਿੱਚ, ਜਿਉਂਦਾ ਹੀ ਸਮਾਇਆ ਹੋਇਆ। ਸਰੀਰ ਤਾਂ ਇੱਕ ਵਿਖਾਵਾ ਹੀ ਦਿਖਾਈ ਦਿੰਦਾ। ਜਿਵੇਂ ਕਿ ਬੱਚੇ ਦੇ ਵਿੱਚ ਪਾਣੀ ਨਾਲ ਭਰੇ ਹੋਏ ਬੱਚੇ 'ਚ ਘੜਾ ਰੱਖ ਦਈਏ ਅਤੇ ਉਹ ਘੜੇ ਵਿੱਚ ਵੀ ਪਾਣੀ ਭਰ ਜਾਂਦਾ, ਅਤੇ ਘੜੇ ਵਿਚਲਾ ਪਾਣੀ ਅਤੇ ਬੱਚੇ ਵਿਚਲਾ ਪਾਣੀ ਦੋਵੇਂ ਮਿਲੇ ਹੀ ਹੁੰਦੇ ਆ। ਜਦੋਂ ਉਹ ਘੜਾ ਭੰਨਦੀ ਹੈ ਫਿਰ ਵੀ ਪਾਣੀ ਮਿਲਿਆ ਹੋਇਆ। ਇਸ ਪ੍ਰਕਾਰ ਦਾ ਉਹਨਾਂ ਦਾ ਜੀਵਨ ਹੈ ਗੁਰਮੁਖ ਜਨਾਂ ਦਾ, ਜਿਉਂਦੇ ਵੀ ਪਰਮਾਤਮਾ ਵਿੱਚ ਹੀ ਸਮਾਏ ਹੋਏ ਨੇ। ਸਰੀਰ ਜਦੋਂ ਬਿਨਸ ਜਾਂਦਾ ਉਦੋਂ ਵੀ ਵਾਹਿਗੁਰੂ ਵਿੱਚ ਹੀ ਲੀਨ ਹੈ, ਕਿੱਧਰ ਨੂੰ ਜਾਣਾ ਉਹਨਾਂ, ਵਾਹਿਗੁਰੂ ਸਰਬ ਵਿਆਪੀ ਹੈ। ਇਸ ਪ੍ਰਕਾਰ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਸਾਡੇ ਤਾਈਂ ਬਖਸ਼ਿਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।